ਜਦੋਂ 10ਵੀਂ ਕਲਾਸ ਦੀ ਗਰੁੱਪ ਫੋਟੋ ਹੋਈ ਤਾਂ ਪਿੰਡ ਦੇ ਮੁੰਡੇ ਕਹਿੰਦੇ ਕਿ ਜੇ ਬੈਠੇਗੀ ਫੋਟੋ 'ਚ ਤਾਂ ਅਸੀਂ ਫੋਟੋ ਨਹੀਂ ਕਰਵਾਉਣੀ। ਮੇਰੇ ਫਾਦਰ ਸਾਹਿਬ ਨੂੰ ਜਦੋਂ ਕਿਸੇ ਉੱਪਰੇ ਬੰਦੇ ਨੂੰ ਦੱਸਦੇ ਨਾ ਧੀਆਂ ਬਾਰੇ ਤੇ ਅਗਲਾ ਐਂ ਕਰਕੇ ਕਹਿੰਦੇ ਹੈ ਸੱਤ, ਤਾਂ ਫਿਰ ਉਹ ਕਹਿੰਦੇ ਹੁੰਦੇ ਸੀ ਨਾ 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 ਭੈਣ ਜੀ ਜਾਂ ਭਰਾ ਜੀ ਇੱਦਾਂ ਨਾ ਕੋ ਮੇਰੀਆਂ ਬੇਟੀਆਂ ਨਜ਼ਰ ਨਾ ਲੱਗ ਜੇ। ਤਾਂ ਫਿਰ ਉਹ ਸਮਾਜ ਦੇ ਵਿੱਚ ਤੁਸੀਂ ਰਹਿ ਰਹੇ ਹੋ, ਧੀਆਂ ਪੁੱਤਰ ਬਰਾਬਰ ਨੇ, ਧੀਆਂ ਪੁੱਤਰ ਬਰਾਬਰ ਨੇ, ਬਿਲਕੁਲ ਬਰਾਬਰ ਨੇ, ਅੱਗੇ ਨੇ ਧੀਆਂ, ਮੈਂ ਤਾਂ ਇਹ ਕਹਾਂਗੀ। ਔਰ ਉੱਥੇ ਕਦੇ ਨਾ ਕਦੇ ਤੁਹਾਨੂੰ ਮਹਿਸੂਸ ਕਰਾ ਦਿੱਤਾ ਜਾਂਦਾ ਹੈ, ਕਿਸੇ ਨਾ ਕਿਸੇ ਗੱਲ ਦੇ ਵਿੱਚ ਤੁਸੀਂ ਸੋਚਣ ਲਈ ਮਜਬੂਰ ਹੋ ਜਾਂਦੇ ਹੋ ਕਿ ਜੇ ਬੇਟਾ ਹੁੰਦਾ ਤਾਂ ਉਹ ਇੱਦਾਂ ਹੁੰਦਾ। ਅੱਜ ਦੇ ਦਿਨ 'ਚ ਮੈਂ ਇਹ ਕਹਾਂਗੀ ਕਿ ਆਈ ਐਮ ਦਾ ਲੱਕੀ ਲੇਡੀ, ਆਈ ਐਮ ਦਾ ਲੱਕੀ ਮਦਰ, ਕਿ ਮੈਨੂੰ ਪਰਮਾਤਮਾ ਨੇ ਬਹੁਤ ਅੱਛੀਆਂ ਮੇਰੀਆਂ ਦੋ ਬੇਟੀਆਂ ਜਿਹੜੀਆਂ ਨੇ, ਬਹੁਤ ਇੰਟੈਲੀਜੈਂਟ, ਬਹੁਤ ਅੱਛੀਆਂ। ਮੈਂ ਬੇਟਿਆਂ ਵਾਲਿਆਂ ਦਾ ਵੀ ਦੇਖ ਰਹੀ ਹਾਂ ਹਾਲ, ਬੇਟੇ ਕੀ ਕਰ ਰਹੇ ਨੇ ਪੇਰੈਂਟਸ ਵਾਸਤੇ, ਕਿੰਨਾ ਪਰੇਸ਼ਾਨ ਕਰ ਰਹੇ ਨੇ। ਕੁਝ ਲੜਕੇ ਕਿੰਨੇ, ਮੇਰੇ ਵੱਡੇ ਸਿਸਟਰ ਨੇ ਉਹਨਾਂ ਦੇ 2 ਬੇਟੇ ਨੇ, ਔਰ ਉਹ ਹਮੇਸ਼ਾ ਕਹਿੰਦੇ ਨੇ ਕਿ ਇੱਕ ਬੇਟੀ ਦੇ ਦੇ, ਦੋਨੇ ਬੇਟੇ ਲੈ ਲੈ। ਤੁਸੀਂ ਕਹਿੰਦੇ ਸੀ ਨਾ ਕਿ ਜ਼ਮੀਨ ਲਈ ਬੇਟਾ ਚਾਹੀਦਾ, ਨਹੀਂ ਨਹੀਂ ਨਹੀਂ, ਜ਼ਮੀਨ ਲਈ ਬੇਟੀਆਂ ਚਾਹੀਦੀਆਂ। ਕਿਉਂ ਤੁਸੀਂ ਪ੍ਰੈਫਰੈਂਸ ਦੇ ਰਹੇ ਹੋ ਔਰ ਉਹਨਾਂ ਨੂੰ ਡੋਮੀਨੇਟ ਕਰ ਰਹੇ ਹੋ ਕਿ ਤੁਸੀਂ ਮੇਰੀਆਂ ਧੀਆਂ ਹੋ ਪਰ ਮੈਂ ਤੁਹਾਨੂੰ ਪੁੱਤਾਂ ਵਾਂਗੂ ਪਾਲਿਆ। ਕਿਉਂ? ਜਿਹੜੇ ਦੁੱਧ ਤੇ ਮਲਾਈ ਪੁੱਤ ਖਾ ਸਕਦੇ ਨੇ ਉਹ ਬੇਟੀ ਕਿਉਂ ਨਹੀਂ ਖਾ ਸਕਦੀ? ਔਰਤ ਬਹੁਤ ਘੱਟ ਔਰਤ ਹੈ ਜਿਹੜੀ ਇੱਕ ਤੇ ਮਲਾਈ ਪੁੱਤ ਖਾ ਸਕਦੀ ਹੋਣੀ ਚਾਹੀਦੀ ਹੈ। ਹੋ ਜੇ ਤੇ ਪਿਆਰ ਬਹੁਤ ਕਰਦੇ ਆ, ਪਰ ਮੋਸਟਲੀ ਇੱਕ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਇਹ ਜ਼ਰੂਰ ਹੁੰਦਾ ਹੈ ਕਿ ਬੇਟਾ ਹੋ ਜੇ। ਧੀਆਂ ਦਾ ਨਹੀਂ ਖਾਣਾ ਤੇ ਫਲਾਣੇ ਦਾ ਖਾਣਾ ਹੈ, ਤੇ ਪੁੱਤਰ ਖਵਾਏ ਨਾ ਧੀ ਦਾ ਖਾਓ ਨਾ। 30 ਸਾਲ ਮੈਂ ਜੌਬ ਕੀਤੀ ਹੈ, 30 ਸਾਲ ਜੌਬ ਦੇ ਵਿੱਚ ਮੈਨੂੰ ਕਦੇ ਕਿਸੇ ਪ੍ਰਿੰਸੀਪਲ ਵੱਲੋਂ ਲੈਟਰ ਇਸ਼ੂ ਨਹੀਂ ਹੋਇਆ। ਇਹ ਮੈਨੂੰ ਲੱਗਦਾ ਮੇਰੇ ਲਈ ਖੁਸ਼ੀ ਦੀ ਗੱਲ ਹੈ। ਸਤਿ ਸ਼੍ਰੀ ਅਕਾਲ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਣਦੀਪ ਅੰਧੀਰ ਸਵਾਗਤ ਕਰਦੀ ਹਾਂ। ਅਕਸਰ ਜ਼ਿੰਦਗੀ 'ਚ ਵਿਚਰਦਿਆਂ ਸਾਨੂੰ ਕੁਝ ਸ਼ਖਸੀਅਤਾਂ ਅਜਿਹੀਆਂ ਮਿਲਦੀਆਂ ਨੇ ਜੋ ਸਮਾਜ ਵਿੱਚ ਸਦੀਆਂ ਤੋਂ ਚੱਲੀਆਂ ਆ ਰਹੀਆਂ ਪਰੰਪਰਾਵਾਂ ਨੂੰ ਤੋੜਦੀਆਂ ਨੇ। ਇਹ ਉਹ ਸ਼ਖਸੀਅਤਾਂ ਹੁੰਦੀਆਂ ਨੇ ਜੋ ਦੂਜਿਆਂ ਲਈ ਰਾਹ ਦਸੀਰਾ ਬਣਦੀਆਂ ਨੇ। ਅੱਜ ਸਾਡੇ ਸਟੂਡੀਓ ਦੇ ਵਿੱਚ ਜੋ ਮਹਿਮਾਨ ਪਹੁੰਚੇ ਨੇ ਉਹ ਵੀ ਇੱਕ ਅਜਿਹੀ ਹੀ ਰਿਸ਼ਮ ਨੇ ਜਿਨ੍ਹਾਂ ਨੇ ਸਦੀਆਂ ਤੋਂ ਚੱਲੀ ਆ ਰਹੀ ਸਮਾਜਿਕ ਪਰੰਪਰਾ ਨੂੰ ਤੋੜਿਆ ਏ। ਜੀ ਹਾਂ, ਉਹ ਪਰੰਪਰਾ ਜਿਹੜੀ ਕਹਿੰਦੀ ਹੈ ਕਿ ਘਰ ਨੂੰ ਚਲਾਉਣ ਲਈ ਪੁੱਤਰ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਪਰਿਵਾਰ ਵਿੱਚ 1951 ਤੋਂ ਲੈ ਕੇ ਹੁਣ ਤੱਕ ਧੀਆਂ ਹੀ ਪਰਿਵਾਰ ਚਲਾ ਰਹੀਆਂ ਨੇ। ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਰਜਿੰਦਰ ਕੌਰ। ਸਤਿ ਸ਼੍ਰੀ ਅਕਾਲ ਮੈਮ, ਕਿਵੇਂ ਹੋ ਜੀ? ਠੀਕ ਮੈਮ, ਸਭ ਤੋਂ ਪਹਿਲਾਂ ਆਪਣੀ ਜਾਣ ਪਹਿਚਾਣ ਕਰਵਾਓ ਸਾਡੇ ਸਰੋਤਿਆਂ ਦੇ ਨਾਲ, ਆਪਣੇ ਪਰਿਵਾਰਿਕ ਪਿਛੋਕੜ ਦੇ ਬਾਰੇ 'ਚ ਦੱਸੋ। ਫਸਟ ਆਫ ਆਲ ਰਣਦੀਪ, ਮੈਂ ਬੀ ਸੋਸ਼ਲ ਮੀਡੀਆ ਤੇ ਰਿਸ਼ਮਾ ਪ੍ਰੋਗਰਾਮ ਨੂੰ ਥੈਂਕਸ ਕਰਨੀ ਆ ਜਿਨ੍ਹਾਂ ਨੇ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਹੈ। ਮੇਰੇ ਪਿਛੋਕੜ ਬਾਰੇ ਮੈਂ ਥੋੜ੍ਹੀ ਜਿਹੀ ਤੁਹਾਨੂੰ ਪਾਕਿਸਤਾਨ ਤੋਂ ਗੱਲ ਕਰਾਂਗੀ। ਮੇਰੇ ਪੇਰੈਂਟਸ ਜਿਹੜੇ ਸਨ, ਮੇਰੇ ਗ੍ਰੈਂਡ ਪੇਰੈਂਟਸ ਜਿਹੜੇ ਨੇ ਪਾਕਿਸਤਾਨ ਤੋਂ ਆਏ ਨੇ। ਜਦੋਂ ਮਦਰ ਦੇ ਦੱਸਣ ਦੇ ਮੁਤਾਬਕ ਭਾਦੋਂ ਦੀ ਸੰਗਰਾਂਦ ਵਾਲੇ ਦਿਨ ਪਰਿਵਾਰ ਗੁਰਦੁਆਰਾ ਸਾਹਿਬ ਤੋਂ ਵਾਪਸ ਆਏ ਤੇ ਇੱਕਦਮ ਉਹਨਾਂ ਨੂੰ ਅਨਾਉਂਸਮੈਂਟ ਹੋਈ ਕਿ ਪਰਿਵਾਰ ਦੇ ਵਿੱਚ ਕਿ ਅਸੀਂ ਇੱਥੋਂ ਛੱਡ ਕੇ ਜਾਣਾ ਜੀ। ਇੱਥੇ ਪਾਕਿਸਤਾਨ ਦੇ ਵਿੱਚ ਜਿਹੜੇ ਹੱਲੇ ਨੇ ਉਹ ਸ਼ੁਰੂ ਹੋ ਗਏ ਨੇ। ਪਾਕਿਸਤਾਨੀ, ਹਿੰਦੁਸਤਾਨ ਪਾਕਿਸਤਾਨ ਇੱਕੋ ਹੀ ਗੱਲ ਸੀ। ਔਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਜਾਣਾ ਕਿੱਥੇ ਹੈ ਜੀ। ਤੇ ਉਦੋਂ ਮੇਰੇ ਮਦਰ ਦੇ ਕੋਲੇ ਬੇਟੀਆਂ ਸਨ 2, ਔਰ ਇੱਕ ਬੇਟੀ ਉਹਨਾਂ ਦੀ ਛੋਟੀ ਬਿਲਕੁਲ 6 ਕੁ ਮਹੀਨਿਆਂ ਦੀ ਗੋਦੀ 'ਚ ਸੀ। ਤੇ ਉਹ ਆਪਣੇ ਕਹਿੰਦੇ ਕਿ ਅਸੀਂ ਜਦੋਂ ਤੁਰੇ ਤਾਂ ਜਿਹੜਾ ਕੱਪੜਿਆਂ ਵਾਲੀ ਲਾਂ ਹੁੰਦੀ ਹੈ ਉਹਦੇ ਬੱਚਿਆਂ ਦੇ ਕੱਪੜੇ ਧੋ ਕੇ ਸੁੱਕਣੇ ਪਾਏ ਹੋਏ ਸੀ। ਤੇ ਉਹ ਜਾਂਦੇ ਜਾਂਦੇ ਇੱਕ ਕੌਲੀ ਸੀ ਕਹਿੰਦੀ ਮੇਰੇ ਹੱਥ ਦੇ ਵਿੱਚ, ਤੇ ਮੈਂ 2 ਕੱਪੜੇ ਜਿਹੜੇ ਸਨ ਉਹਨਾਂ ਦੀਆਂ ਫਰਾਕਸ ਜਿਹੜੀਆਂ ਸਨ ਉਹ ਲਾ ਕੇ ਹੱਥ 'ਚ ਫੜ ਲਈਆਂ ਤੇ ਅਸੀਂ ਤੁਰ ਪਏ। ਔਰ ਬਹੁਤ ਹੀ ਔਖਾ ਸਮਾਂ ਜਿਹੜਾ ਸੀ ਉਹ ਉਹਨਾਂ ਨੇ ਕੱਟਿਆ। ਜਦੋਂ ਉਹ ਫਿਰ ਅਸੀਂ ਤਲਵੰਡੀ ਮਲਕ ਪਿੰਡ ਹੈ ਸਾਡਾ, ਡਿਸਟ੍ਰਿਕਟ ਪਟਿਆਲਾ ਦੇ ਵਿੱਚ, ਉੱਥੇ ਕਹਿੰਦੇ ਆ ਗਏ। ਤੇ ਤੁਹਾਡੇ ਫਾਦਰ ਸਾਹਿਬ ਨੇ ਥੋੜ੍ਹਾ ਟਾਈਮ ਜੌਬ ਕੀਤੀ ਸੀ ਮਿਲਟਰੀ ਦੇ ਵਿੱਚ, ਜਿਹਦੇ ਕਰਕੇ ਸਾਨੂੰ ਉੱਥੇ ਇੱਕ ਹਵੇਲੀ ਜਿਹੜੀ ਸੀ, ਬਹੁਤ ਵੱਡੀ ਹਵੇਲੀ, ਉਹ ਸਾਨੂੰ ਅਲਾਟ ਕਰ ਦਿੱਤੀ ਗਈ।
ਤੇ ਮੈਂ ਮੇਰੇ ਫਾਦਰ ਸਾਹਿਬ ਔਰ ਸਾਡੇ ਚਾਚਾ ਜੀ ਹੋਣੀ ਉੱਥੇ ਰਹਿਣ ਲੱਗ ਪਏ। ਤੇ ਪਿਛੋਕੜ ਦੇ ਵਿੱਚ ਇਹ ਹੈ ਬੇਟਾ ਕਿ ਜਿਹੜੇ ਸਾਡੇ ਮੇਰੇ ਫਾਦਰ ਸਾਹਿਬ, ਉਹਨਾਂ ਦੀ ਸਿਸਟਰ ਨਹੀਂ ਸੀ, ਭੂਆ ਜੀ ਸਾਡੇ ਨਹੀਂ ਸਨ, ਪਰ ਅੱਗੋਂ ਅਸੀਂ 7 ਭੈਣਾਂ, ਮੇਰੇ ਮਦਰ ਫਾਦਰ ਦੀਆਂ ਬੇਟੀਆਂ, ਵੱਡੀਆਂ ਸਿਸਟਰਸ ਜਿਹੜੀਆਂ, ਕਿਉਂਕਿ ਪਾਕਿਸਤਾਨ ਤੋਂ ਆਏ ਸੀ ਉਦੋਂ ਸਕੂਲਸ ਵਗੈਰਾ ਜੀ ਇੰਨੀ ਡਿਵੈਲਪਮੈਂਟ ਨਹੀਂ ਸੀ ਹੋਈ, ਉਹਨਾਂ ਨੂੰ ਜਿੰਨਾ ਵੀ ਉਦੋਂ ਟਾਈਮ ਤੱਕ ਪੜ੍ਹਾ ਸਕੇ ਉਹਨਾਂ ਨੂੰ ਪੜ੍ਹਾਇਆ ਔਰ 8-8 10-10 6-6 ਜਮਾਤਾਂ ਉਹਨਾਂ ਨੇ ਕਰ ਲਈਆਂ। ਜਿਹੜੇ ਮੇਰੇ 4th ਸਿਸਟਰ ਸਨ, ਚੌਥੇ ਨੰਬਰ ਵਾਲੇ, ਉਹਨਾਂ ਨੇ ਸਕੂਲ ਤੋਂ ਮੈਟ੍ਰਿਕ ਕੀਤੀ ਤੇ ਉਹਨਾਂ ਨੇ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਮੈਂ ਡਾਕਟਰ ਬਣਨਾ ਹੈ ਜੀ। ਇਹ ਕਿੰਨੇ ਕੁ ਵੇਲੇ ਦੀ ਗੱਲ ਹੈ, ਕਿਹੜਾ ਈਅਰ ਸੀ ਉਸ ਵੇਲੇ? ਉਹਨਾਂ ਦਾ ਜਨਮ ਜਿਹੜਾ ਹੈ 1950 49-50 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਤੇ ਪੈਂਟ ਸ਼ਰਟ ਦਾ ਇਹ ਵੇਲਾ ਹੋਏਗਾ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਡਾਕਟਰ ਬਣਨਾ ਹੈ? ਮੇਰਾ ਜਨਮ 62 ਦਾ ਹੈ ਜੀ। ਔਰ ਉਹ ਮੇਰੇ ਤੋਂ 10-11 ਸਾਲ ਵੱਡੇ ਸਨ ਜੀ। ਜਦੋਂ ਉਹਨਾਂ ਨੇ ਇਹ ਗੱਲ ਕਹੀ ਤੇ ਪਹਿਲਾਂ ਤਾਂ ਮੇਰੇ ਫਾਦਰ ਸਾਹਿਬ ਜਿਹੜੇ ਆਪ ਐਜੂਕੇਟਡ ਵੀ ਸਨ, ਉਹ ਹੈਰਾਨ ਹੋ ਗਏ ਕਿ ਮੈਡੀਕਲ, ਉਹ ਵੀ ਬੇਟੀ ਨੂੰ, ਪਿੰਡ ਦੀ ਕੋਈ ਕੁੜੀ ਸਕੂਲ ਨਹੀਂ ਜਾਂਦੀ ਤੇ ਤੂੰ ਜਿਨ੍ਹਾਂ ਨੇ ਮੈਡੀਕਲ ਕੀਤਾ ਉਹਨਾਂ ਬਾਰੇ ਥੋੜ੍ਹਾ ਜਿਹਾ ਦੱਸ ਦਿਆਂ ਮੈਂ ਕਿ ਉਹ ਇਕੱਲੀ ਲੜਕੀ ਸਨ ਆਪਣੀ ਕਲਾਸ ਦੇ ਵਿੱਚ, ਪਿੰਡ ਦੇ 10ਵੀਂ ਕਲਾਸ ਦੇ ਵਿੱਚ। ਔਰ ਜਦੋਂ 10ਵੀਂ ਕਲਾਸ ਦੀ ਗਰੁੱਪ ਫੋਟੋ ਹੋਈ ਤਾਂ ਪਿੰਡ ਦੇ ਮੁੰਡੇ ਕਹਿੰਦੇ ਕਿ ਜੇ ਬੈਠੇਗੀ ਫੋਟੋ 'ਚ ਤਾਂ ਅਸੀਂ ਫੋਟੋ ਨਹੀਂ ਕਰਵਾਉਣੀ। ਤੇ ਉਹ ਕਹਿੰਦੇ ਨਹੀਂ ਮੈਂ ਨਹੀਂ ਬੈਠਣਾ, ਤੁਸੀਂ ਆਪਣੀ ਫੋਟੋ ਕਰਵਾ ਲਓ। ਇੱਦਾਂ ਦੀ ਸੋਚ ਸੀ ਜੀ। ਔਰ ਉਹ ਲੜਕੀ ਜਿਹੜੇ ਮੈਟ੍ਰਿਕ ਫਸਟ ਟਾਈਮ ਕਰ ਰਹੀ ਹੈ ਪਿੰਡ ਦੇ ਵਿੱਚੋਂ, ਉਹ ਲੜਕੀ ਇਹ ਕਹਿ ਰਹੀ ਮੈਂ ਡਾਕਟਰ ਬਣਨਾ ਹੈ। ਹੈਰਾਨੀ ਹੋਈ। ਚਲੋ ਮੇਰੇ ਫਾਦਰ ਸਾਹਿਬ ਨੇ ਪਟਿਆਲੇ, ਅੰਮ੍ਰਿਤਸਰ ਸਾਹਿਬ ਪਤਾ ਕੀਤਾ, ਉਦੋਂ ਮੈਡੀਕਲ ਕਾਲਜ ਸਨ ਉੱਥੇ, ਤੇ ਕਹਿੰਦੇ ਕੋਈ ਗੱਲ ਨਹੀਂ ਮੈਂ ਪਤਾ ਕਰਨਾ। ਅੰਮ੍ਰਿਤਸਰ ਉਹਨਾਂ ਦੀ ਐਡਮਿਸ਼ਨ ਕਰਾਈ। ਚਾਚੇ ਤਾਇਆਂ ਨੇ ਤਾਂ ਨਾਰਾਜ਼ ਹੋਣਾ ਹੀ ਸੀ। ਬੀਜੀ ਕਹਿੰਦੇ ਕਿ ਇਦਾਂ ਦਾ ਮਾਹੌਲ ਬਣ ਗਿਆ ਸਾਡੇ ਘਰ ਦੇ ਵਿੱਚ ਜਿਵੇਂ ਸਾਡਾ ਸੋਸ਼ਲ ਬਾਈਕਾਟ ਕਰ ਦਿੱਤਾ ਹੋਵੇ ਕਿ ਕੁੜੀ ਨੂੰ ਪੜ੍ਹਾ ਰਹੇ ਨੇ। ਔਰ ਮੇਰੇ ਤਾਇਆ ਜੀ ਜਿਹੜੇ ਆਪ ਸਕੂਲ ਦੇ ਵਿੱਚ ਪ੍ਰਿੰਸੀਪਲ ਸਨ, ਉਹਨਾਂ ਨੇ ਮੇਰੇ ਫਾਦਰ ਨੂੰ ਕਿਹਾ ਇਹਨੂੰ ਪੜ੍ਹਨ ਭੇਜਣ ਲੱਗਿਆ ਨਾ ਬਾਹਰ, ਇਹ ਵਾਪਸ ਨਹੀਂ ਘਰੇ ਆਉਂਦੀ, ਜੇ ਘਰੇ ਆਏਗੀ ਤੇ ਨਾਲ ਕਿਸੇ ਨੂੰ ਲੈ ਕੇ ਆਏਗੀ। ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿਸੇ ਨਾਲ ਭੱਜ ਜਾਏਗੀ, ਵਿਆਹ ਕਰਾ ਲੈਗੀ, ਇੰਟਰਕਾਸਟ ਕਰਾਏਗੀ। ਚਲੋ ਉਹ ਮੇਰੇ ਸਿਸਟਰ ਡਾਕਟਰ ਬਣੇ, ਰਜਿੰਦਰਾ ਹਸਪੀਟਲ ਦੇ ਵਿੱਚ ਉਹਨਾਂ ਨੇ ਜੌਬ ਕੀਤੀ ਔਰ ਇੰਨੇ ਚੰਗੇ ਸੁਭਾਅ ਦੇ ਮਾਲਕ ਕਿ ਫਿਰ ਸਾਰੇ ਪਿੰਡ ਵਾਲਿਆਂ ਨੂੰ, ਰਿਸ਼ਤੇਦਾਰਾਂ ਨੂੰ ਜਦੋਂ ਡਾਕਟਰ ਦੀ ਜ਼ਰੂਰਤ ਪੈਣੀ ਤੇ ਉਹਨਾਂ ਨੇ ਹੈਲਪ ਕੀਤੀ। ਤੇ ਉਹੀ ਲੋਕ ਜਿਹੜੇ ਕਹਿੰਦੇ ਸੀ ਕਿ ਇਹਨਾਂ ਨੂੰ ਨਹੀਂ ਪੜ੍ਹਾਉਣਾ ਚਾਹੀਦਾ, ਤਾਂ ਉਹੀ ਕਹਿਣ ਕਿ ਇੱਦਾਂ ਦੀ ਧੀ ਜਿਹੜੀ ਹੈ ਉਹ ਹਰ ਘਰ ਦੇ ਵਿੱਚ ਹੋਣੀ ਚਾਹੀਦੀ ਹੈ ਜੀ। ਫਿਰ ਮੇਰੇ ਸਿਸਟਰ ਉਹਨਾਂ ਦੀ ਹੈਲਪ ਦੇ ਨਾਲ ਤੇ ਮੇਰੇ ਫਾਦਰ ਸਾਹਿਬ, ਮੇਰੇ ਮਦਰ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਫਿਰ ਪੜ੍ਹਾਇਆ। ਫਿਰ ਅਸੀਂ ਚਾਰੇ ਸਿਸਟਰਸ ਉਹ ਡਾਕਟਰ ਬਣੇ। ਉਹਨਾਂ ਤੋਂ ਛੋਟੇ ਸਿਸਟਰ ਜਿਹੜੇ ਬੁੱਢਾ ਦਲ ਸਕੂਲ ਤੋਂ ਵਾਈਸ ਪ੍ਰਿੰਸੀਪਲ ਰਿਟਾਇਰ ਹੋਏ ਔਰ ਉਹਨਾਂ ਤੋਂ ਛੋਟੇ ਜਿਹੜੇ ਨੇ ਉਹ ਖਾਲਸਾ ਕਾਲਜ ਤੋਂ ਹਿਸਟਰੀ ਦੇ ਹੈੱਡ ਆਫ ਦੀ ਡਿਪਾਰਟਮੈਂਟ, ਔਰ ਮੈਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਬਹੁਤ ਲੰਮਾ ਸਮਾਂ ਜੌਬ ਕੀਤੀ ਹੈ। ਔਰ ਬਹੁਤ ਸਾਨੂੰ ਐਂ ਲੱਗਦਾ ਹੈ ਕਿ ਜੇ ਅਸੀਂ ਜੋ ਵੀ ਹਾਂ ਪਰਮਾਤਮਾ ਤੋਂ ਬਾਅਦ ਜੇ ਅਸੀਂ ਕਿਸੇ ਲਈ ਥੈਂਕਫੁਲ ਹਾਂ ਤਾਂ ਉਹ ਸਾਡੇ ਪੇਰੈਂਟਸ ਨੇ। ਮੇਰੀ ਪੜ੍ਹਾਈ ਦਾ ਸਾਰਾ ਸਿਹਰਾ ਮੇਰੇ ਸਿਸਟਰਸ ਉਹਨਾਂ ਦੇ, ਉਹ ਅਸੀਂ ਆਪਣੇ ਪੇਰੈਂਟਸ ਨੂੰ ਦਿੰਦੇ ਹਾਂ। ਮੈਮ, ਕੀ ਤੁਸੀਂ ਕਦੇ ਆਪਣੇ ਪੇਰੈਂਟਸ ਦੇ ਮੂੰਹੋਂ ਇਹ ਸੁਣਿਆ ਸੀ ਵੀ ਸਾਡੇ 7 ਧੀਆਂ ਨੇ, ਕਾਸ਼ ਇੱਕ ਮੁੰਡਾ ਹੁੰਦਾ ਜਾਂ ਘਰ ਦਾ ਵਾਰਿਸ ਹੁੰਦਾ? ਮੇਰੇ ਪੇਰੈਂਟਸ ਤੋਂ ਕਦੇ ਨਹੀਂ ਮੈਂ ਉਹਨਾਂ ਦੇ ਮੂੰਹ 'ਚੋਂ ਸੁਣਿਆ, ਜਿੰਨੀ ਕੁ ਮੈਨੂੰ ਯਾਦ ਹੈ। ਔਰ ਮੇਰੇ ਫਾਦਰ ਸਾਹਿਬ ਨੂੰ ਜਦੋਂ ਕਿਸੇ ਉੱਪਰੇ ਬੰਦੇ ਨੂੰ ਦੱਸਦੇ ਨਾ ਧੀਆਂ ਬਾਰੇ ਤੇ ਅਗਲਾ ਐਂ ਕਰਕੇ ਕਹਿੰਦੇ ਹੈ 7, ਤਾਂ ਫਿਰ ਉਹ ਕਹਿੰਦੇ ਹੁੰਦੇ ਸੀ ਨਾ 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 ਭੈਣ ਜੀ ਜਾਂ ਭਰਾ ਜੀ ਇੱਦਾਂ ਨਾ ਕਹੋ, ਮੇਰੀਆਂ ਬੇਟੀਆਂ ਨਜ਼ਰ ਨਾ ਲੱਗ ਜੇ। ਉਹ ਆਪ ਪਰਸਨਲੀ ਫਾਦਰ ਮਦਰ ਕਦੇ ਫੀਲ ਕਰਦੇ ਸਨ ਜਾਂ ਨਹੀਂ ਇਹ ਮੈਨੂੰ ਨਹੀਂ ਪਤਾ, ਪਰ ਸਾਡੇ ਮੂੰਹ 'ਤੇ ਉਹਨਾਂ ਨੇ ਕਦੇ ਵੀ ਇਹ ਗੱਲ ਨਹੀਂ ਸੀ ਕਹੀ ਕਿ ਤੁਹਾਡੇ ਆਕਾਸ਼ ਦੇ ਤੁਹਾਡੀ ਜਗ੍ਹਾ 'ਤੇ ਇੱਕ ਬੇਟਾ ਹੁੰਦਾ ਜਾਂ ਤੇਰੀ ਜਗ੍ਹਾ 'ਤੇ ਪਰਮਾਤਮਾ ਮੈਨੂੰ ਇੱਕ ਬੇਟਾ ਦੇ ਦਿੰਦਾ। ਇੱਦਾਂ ਦੇ ਮੈਂ ਆਪਣੇ
ਮਦਰ ਫਾਦਰ ਦੇ ਮੂੰਹ ਤੋਂ ਕਦੇ ਨਹੀਂ ਸੁਣਿਆ। ਕਿਉਂਕਿ ਨਾ ਕੁਝ ਕੁ ਵਿਸ਼ਿਆਂ ਨੂੰ ਲੈ ਕੇ ਮੈਨੂੰ ਲੱਗਦਾ ਕਿ ਸਾਡੇ ਸਮਾਜ ਦੀ ਸੋਚ ਜਿਹੜੀ ਹੈ ਉਹ ਹਲੇ ਵੀ ਨਹੀਂ ਬਦਲੀ। ਮੇਰੀ ਜਦੋਂ ਬੇਟੀ ਹੋਈ ਤਾਂ ਉਹ ਪਹਿਲਾ ਬੱਚਾ ਸੀ ਮੇਰਾ, ਪਰ ਮੈਨੂੰ ਯਾਦ ਹੈ ਕਿ ਮੇਰੇ ਇੱਕ ਰਿਸ਼ਤੇਦਾਰ ਵੇਖਣ ਆਏ ਲੇਡੀ, ਤੇ ਉਹਨਾਂ ਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ, ਆਈਆਂ ਹੋਈਆਂ ਕਿਹੜੇ ਤੱਕ ਹੁੰਦੀਆਂ ਨੇ, ਹੈ ਨਾ। ਤੇ ਮੈਨੂੰ ਇਹ ਬਹੁਤ ਬੁਰਾ ਲੱਗਿਆ ਸੁਣ ਕੇ ਕਿ ਵੀ ਮੇਰੀ ਬੱਚੀ ਨੇ ਤਾਂ ਹਲੇ ਹੁਣ ਇਸ ਦੁਨੀਆ ਦੇ ਵਿੱਚ ਆਈ ਹੈ ਨਾ, ਤੇ ਤੁਸੀਂ ਕਿਸ ਤਰ੍ਹਾਂ ਦੀ ਗੱਲਾਂ ਕਰ ਰਹੇ ਹੋ, ਕਿਵੇਂ ਦੀ ਇਹ ਸੋਚ ਹੈਗੀ ਹੈ। ਤਾਂ ਮੈਨੂੰ ਲੱਗਦਾ ਕਿ ਪੇਰੈਂਟਸ ਨੂੰ ਸ਼ਾਇਦ ਇਹ ਕਦੇ ਵੀ ਨਾ ਲੱਗਦਾ ਹੋਵੇ, ਪਰ ਸਮਾਜ ਦੇ ਵਿੱਚ ਜਿਹੜਾ ਇਹ ਇੱਕ ਚੱਲਿਆ ਆਉਂਦਾ ਹੈ ਨਾ, ਤੇ ਉਹ ਹੋ ਸਕਦਾ ਕਿ ਅੱਗੇ ਜਾ ਕੇ ਬਦਲੇ ਜਾਂ ਸਮੇਂ ਦੇ ਨਾਲ ਉਹਨੂੰ ਬਦਲਣਾ ਪੈਣਾ। ਸਮਾਜ ਕਈ ਵਾਰੀ ਕੰਪੈਲ ਕਰ ਦਿੰਦਾ, ਤੁਹਾਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਕਿ ਜੇ ਬੇਟਾ ਹੁੰਦਾ ਤਾਂ ਪਤਾ ਨਹੀਂ ਕੀ ਹੁੰਦਾ। ਹੁਣ ਤੁਹਾਡੇ ਪਰਿਵਾਰ 'ਚ ਕੌਣ ਕੌਣ ਨੇ ਮੈਮ? ਹੁਣ ਮੇਰੇ ਪਰਿਵਾਰ 'ਚ ਬੇਟਾ, ਮੈਂ ਹਸਬੈਂਡ ਮੇਰੇ ਐਕਸਪਾਇਰ ਹੋ ਗਏ ਸੀ ਇੱਕ ਐਕਸੀਡੈਂਟ ਦੇ ਵਿੱਚ 2012 ਦੇ ਵਿੱਚ, ਤੇ ਮੇਰੀਆਂ 2 ਬੇਟੀਆਂ ਨੇ ਜੀ। ਤੁਸੀਂ ਹੁਣ ਉਮਰ ਦੇ ਜਿਸ ਪੜਾਅ 'ਤੇ ਹੋ, ਬਿਨਾਂ ਪਿਤਾ ਤੋਂ, ਬਿਨਾਂ ਭਰਾ ਤੋਂ, ਬਿਨਾਂ ਪਤੀ ਤੋਂ, ਬਿਨਾਂ ਪੁੱਤਰ ਤੋਂ, ਹੈ ਨਾ, ਕਿਉਂਕਿ ਸਾਡੇ ਸਮਾਜ 'ਚ ਇਹ ਮੰਨਿਆ ਜਾਂਦਾ ਕਿ ਕਿਸੇ ਨਾ ਕਿਸੇ ਮਰਦ ਦਾ ਜ਼ਿੰਦਗੀ 'ਚ ਹੋਣਾ ਜ਼ਰੂਰੀ ਹੈ। ਤੁਸੀਂ ਕੀ ਇਹ ਕਦੇ ਮਹਿਸੂਸ ਕਰਦੇ ਹੋ? ਬੇਟੇ ਦੇਖੋ, ਸੱਚ ਬੋਲਣਾ ਚਾਹੀਦਾ ਹੈ, ਔਰ ਸੱਚਾਈ ਤਾਂ ਇਹ ਹੈ ਕਿ ਮੇਰੇ ਮਦਰ ਜਿਹੜੇ ਅਨਐਜੂਕੇਟਡ ਸਨ, ਉਹਨਾਂ ਦੀ ਜ਼ੁਬਾਨ ਤੋਂ ਮੈਂ ਕਦੇ ਨਹੀਂ ਸੁਣਿਆ ਇਹ ਗੱਲ। ਪਰ ਮੈਂ ਜਿੰਨੇ ਮਾਤਾ ਗੁਜਰੀ ਕਾਲਜ ਦੇ ਵਿੱਚ ਔਰ 2 ਕਾਲਜਾਂ ਦੇ ਵਿੱਚ ਐਜ਼ ਏ ਪ੍ਰਿੰਸੀਪਲ ਵੀ ਜੌਬ ਕੀਤੀ ਹੈ, ਮੇਰੇ ਮਾਈਂਡ ਦੇ ਵਿੱਚ 1-2 ਵਾਰੀ ਆਇਆ ਹੈ। ਜਦੋਂ ਮੇਰੇ ਹਸਬੈਂਡ ਨੇ ਐਕਸਪਾਇਰ ਹੋਏ ਤਾਂ ਮੈਂ ਪਿੰਡ ਗਈ ਹੋਈ ਸੀ, ਆਪਣੇ ਪਿੰਡ। ਉੱਥੇ ਜਦੋਂ ਜੋ ਮੇਰੇ ਹਾਲਤ ਸੀ, ਕਿਉਂਕਿ ਦੇਖੋ ਬੇਟੇ, ਜਿਸ ਸਮਾਜ ਦੇ ਵਿੱਚ ਤੁਸੀਂ ਰਹਿ ਰਹੇ ਹੋ, ਧੀਆਂ ਪੁੱਤਰ ਬਰਾਬਰ ਨੇ, ਧੀਆਂ ਪੁੱਤਰ ਬਰਾਬਰ ਨੇ, ਬਿਲਕੁਲ ਬਰਾਬਰ ਨੇ, ਅੱਗੇ ਨੇ ਧੀਆਂ, ਮੈਂ ਤਾਂ ਇਹ ਕਹਾਂਗੀ। ਔਰ ਉੱਥੇ ਕਦੇ ਨਾ ਕਦੇ ਤੁਹਾਨੂੰ ਮਹਿਸੂਸ ਕਰਾ ਦਿੱਤਾ ਜਾਂਦਾ ਹੈ, ਕਿਸੇ ਨਾ ਕਿਸੇ ਗੱਲ ਦੇ ਵਿੱਚ ਤੁਸੀਂ ਸੋਚਣ ਲਈ ਮਜਬੂਰ ਹੋ ਜਾਂਦੇ ਹੋ ਕਿ ਜੇ ਬੇਟਾ ਹੁੰਦਾ ਤਾਂ ਉਹ ਇੱਦਾਂ ਹੁੰਦਾ। ਜ਼ਿੰਦਗੀ ਦੇ ਵਿੱਚ ਜਿੰਨੀ ਕੁ ਮੇਰੀ ਉਮਰ ਹੈ, ਉਸ ਦੇ ਵਿੱਚ ਮੈਂ 1-2 ਇੰਸੀਡੈਂਟ ਇੱਦਾਂ ਦੇ ਹੋਏ ਜਿੱਥੇ ਮੈਨੂੰ ਮਹਿਸੂਸ ਹੋਇਆ। ਅਦਰਵਾਈਜ਼ ਅੱਜ ਦੇ ਦਿਨ 'ਚ ਮੈਂ ਇਹ ਕਹਾਂਗੀ ਕਿ ਆਈ ਐਮ ਦਾ ਲੱਕੀ ਲੇਡੀ, ਆਈ ਐਮ ਦਾ ਲੱਕੀ ਮਦਰ, ਕਿ ਮੈਨੂੰ ਪਰਮਾਤਮਾ ਨੇ ਬਹੁਤ ਅੱਛੀਆਂ ਮੇਰੀਆਂ 2 ਬੇਟੀਆਂ ਜਿਹੜੀਆਂ ਨੇ ਬਹੁਤ ਇੰਟੈਲੀਜੈਂਟ, ਬਹੁਤ ਅੱਛੀਆਂ ਦਿੱਤੀਆਂ। ਔਰ ਮੈਨੂੰ ਕਦੇ ਵੀ ਇਹ ਗੱਲ ਸ਼ਾਇਦ ਮਹਿਸੂਸ ਅੱਜ ਦੇ ਦਿਨ ਤੱਕ ਨਹੀਂ ਹੋਏਗੀ ਹੁਣ ਕਿ ਮੇਰਾ ਬੇਟਾ ਹੁੰਦਾ। ਮੈਂ ਬੇਟਿਆਂ ਵਾਲਿਆਂ ਦਾ ਵੀ ਦੇਖ ਰਹੀ ਹਾਂ ਹਾਲ, ਬੇਟੇ ਕੀ ਕਰ ਰਹੇ ਨੇ ਪੇਰੈਂਟਸ ਵਾਸਤੇ, ਕਿੰਨਾ ਪਰੇਸ਼ਾਨ ਕਰ ਰਹੇ ਨੇ। ਕੁਝ ਲੜਕੇ ਕਿੰਨੇ, ਮੇਰੇ ਵੱਡੇ ਸਿਸਟਰ ਨੇ, ਉਹਨਾਂ ਦੇ 2 ਬੇਟੇ ਨੇ, ਔਰ ਉਹ ਹਮੇਸ਼ਾ ਕਹਿੰਦੇ ਨੇ ਕਿ ਇੱਕ ਬੇਟੀ ਦੇ ਦੇ, ਦੋਨੇ ਬੇਟੇ ਲੈ ਲੈ। ਮੈਂ ਕਹਿੰਦੀ ਨਾ ਜੀ। ਤੁਹਾਡੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆਈ, ਮੇਰੀ ਇੱਕ ਫਰੈਂਡ ਨਾਲ ਗੱਲ ਕਰ ਰਹੀ ਸੀਗੀ ਇਸੇ ਵਿਸ਼ੇ 'ਤੇ, ਤੇ ਉਹ ਵੀ ਦੋਨੋਂ ਸਿਸਟਰਸ ਨੇ, ਤੇ ਉਹ ਕਹਿੰਦੇ ਕਿ ਮੇਰੇ ਮਦਰ ਨੂੰ ਕਈ ਵਾਰ ਇਹ ਲੱਗਦਾ ਕਿ ਵੀ ਜੇ ਇੱਕ ਬੇਟਾ ਹੁੰਦਾ ਹੈ ਨਾ, ਤੇ ਕਹਿੰਦੇ ਕਿ ਮੇਰੇ ਤਾਈ ਜੀ ਸਾਡੇ ਘਰੇ ਆਏ ਤੇ ਉਹ ਕਹਿੰਦੇ ਮੈਂ ਤੁਹਾਨੂੰ ਬੇਟੇ ਦੇ ਨਾਲ ਨੂੰ ਵੀ ਦਿੰਨੀ ਆ, ਦੋਨਾਂ ਨੂੰ ਲੈ ਜਾਓ। ਨਾ ਜੀ, ਇਸ ਲਈ ਕਈ ਵਾਰ ਜਿਹੜਾ ਹੈ ਕਿ ਇਹ ਸਾਡੀ ਨਾ ਇੱਕ ਮਨੁੱਖੀ ਫਿਤਰਤ ਹੈ ਕਿ ਜੋ ਚੀਜ਼ ਸਾਡੇ ਕੋਲ ਨਹੀਂ ਹੁੰਦੀ ਜਾਂ ਸਾਨੂੰ ਉਹ ਚਾਹੀਦੀ ਹੁੰਦੀ ਹੈ ਨਾ। ਤੇ ਅਕਸਰ ਜਦੋਂ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ, ਤਾਂ ਇੱਕ ਤਾਂ ਇਹ ਮੰਨਿਆ ਜਾਂਦਾ ਕਿ ਜੇ ਤੁਹਾਡੀ ਆਰਥਿਕਤਾ ਚੰਗੀ ਹੈ ਨਾ ਪਰਿਵਾਰ ਦੀ, ਫਿਰ ਉੱਥੇ ਬੇਟੇ ਦਾ ਹੋਣਾ ਜ਼ਰੂਰੀ ਮੰਨ ਲਿਆ ਜਾਂਦਾ ਕਿ ਫਿਰ ਤੁਹਾਡੇ ਕੋਲ ਬੇਟਾ ਜ਼ਰੂਰ ਹੋਏ। ਮੇਰੀ ਇੱਕ ਜਾਣਕਾਰ ਮੇਰੇ ਨਾਲ ਗੱਲ ਕਰ ਰਹੀ ਸੀ ਇੱਕ ਦਿਨ, ਉਹ ਮੈਨੂੰ ਕਹਿੰਦੇ ਕਿ ਉਹਨਾਂ ਕੋਲ 2 ਬੇਟੀਆਂ ਨੇ, ਤੇ ਕਹਿੰਦੇ ਮੈਂ ਨਾ ਆਪਣੇ ਹਸਬੈਂਡ ਨਾਲ ਗੱਲ ਕੀਤੀ ਹੈ ਕਿ ਜੇ ਸਾਡੇ ਹੁਣ ਤੀਜਾ ਬੱਚਾ ਹੋਏਗਾ ਨਾ, ਤੇ ਅਸੀਂ ਪਹਿਲੇ ਹੀ ਗੱਲ ਕਰ ਲੈਣੀ ਡਾਕਟਰ ਨਾਲ ਕਿ ਜੇ ਉਹ ਬੇਟਾ ਹੋਇਆ ਫਿਰ ਅਸੀਂ ਰੱਖਾਂਗੇ, ਨਹੀਂ ਤਾਂ ਜਿਹਨੂੰ ਮਰਜ਼ੀ ਦੇ ਦਿਓ, ਸਾਨੂੰ ਉਹਦਾ ਮੂੰਹ ਨਾ ਵਿਖਾਇਓ। ਤੇ ਉਹਨਾਂ ਦੀ ਇਹ ਗੱਲ ਸੁਣ ਕੇ ਨਾ ਮਤਲਬ ਮੇਰੇ ਜਿਵੇਂ ਅੰਦਰੋਂ ਰੁੱਗ ਭਰਿਆ ਗਿਆ। ਤੇ ਮੈਨੂੰ ਲੱਗਿਆ ਕਿ ਜਿੱਥੇ ਮਾਂ ਦੀ ਇਹ ਸੋਚ ਹੈ ਨਾ, ਅਸੀਂ ਕਹਿ ਦਿੰਦੇ ਹਾਂ ਕਿ 2 ਧਾਰਨਾਵਾਂ ਚੱਲਦੀਆਂ ਨੇ ਸਮਾਜ ਦੇ ਵਿੱਚ, ਜਾਂ ਤਾਂ ਅਸੀਂ ਔਰਤ ਮਰਦ ਨੂੰ ਜਿਹੜੇ ਇੱਕ ਦੂਜੇ ਦੇ ਪੂਰਕ ਨੇ ਅਸੀਂ ਵਿਰੋਧ 'ਚ ਹੀ ਖੜਾ ਕਰ ਦਿੰਦੇ ਹਾਂ, ਸਾਨੂੰ ਲੱਗਦਾ ਕਿ ਉਹਦੀਆਂ ਸਮੱਸਿਆਵਾਂ ਲਈ ਜਿਹੜਾ ਮਰਦ ਜ਼ਿੰਮੇਵਾਰ ਹੈ। ਪਰ ਜਿੱਥੇ ਮਾਂ ਦੀ ਇਹ ਸੋਚ ਹੈ ਕਿ ਉਹ ਪਿਓ ਨੂੰ ਇਹ ਕਹਿ ਰਹੇ ਨੇ, ਹੈ ਨਾ, ਤੇ ਉਸ ਵੇਲੇ ਦੇ ਵਿੱਚ ਤੁਸੀਂ ਹੁਣ ਆਪਣੀਆਂ ਬੱਚੀਆਂ ਨੂੰ ਅੱਗੇ ਪੜ੍ਹ ਰਹੀਆਂ ਨੇ, ਤੁਹਾਡੀਆਂ ਬੱਚੀਆਂ ਕੀ ਕਰ ਰਹੀਆਂ ਨੇ ਇਸ ਵੇਲੇ? ਇੱਕ ਤਾਂ ਬੇਟਾ ਆਸਟ੍ਰੇਲੀਆ ਦੇ ਵਿੱਚ ਕਰ ਰਹੇ ਨੇ ਸਾਈਕੋਲੋਜੀ ਆਨਰਸ, 2 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ, ਔਰ ਛੋਟੀ ਬੇਟੀ ਪੰਜਾਬ ਯੂਨੀਵਰਸਿਟੀ ਤੋਂ ਲਾਅ ਕਰ ਰਹੀ ਹੈ।
ਜੀ। ਤੇ ਤੁਹਾਨੂੰ ਕਿੰਨਾ ਸਮਾਂ ਹੋ ਚੁੱਕਿਆ ਮੈਮ ਜੌਬ ਕਰਦੇ ਹੋਏ? ਮੈਂ ਨਵੰਬਰ 91 ਦੇ ਵਿੱਚ ਮਾਤਾ ਗੁਜਰੀ ਕਾਲਜ ਦੇ ਵਿੱਚ ਐਜ਼ ਏ ਲੈਕਚਰਰ ਇਨ ਪੰਜਾਬੀ ਜੁਆਇਨ ਕੀਤਾ ਸੀ ਔਰ 31 ਦਸੰਬਰ 2021 ਨੂੰ ਮੈਂ ਰਿਟਾਇਰ ਹੋਈ ਹਾਂ ਐਜ਼ ਏ ਵਾਈਸ ਪ੍ਰਿੰਸੀਪਲ ਐਂਡ ਹੈਡ ਆਫ ਦ ਡਿਪਾਰਟਮੈਂਟ ਪੰਜਾਬੀ। ਜੀ। ਤਕਰੀਬਨ 30 ਸਾਲ। ਤੁਹਾਡੀ ਇਸ ਸਮੇਂ ਦੌਰਾਨ ਕੋਈ ਯਾਦਗਾਰ ਪਲ ਜਿਹੜਾ ਤੁਹਾਡਾ ਹੋਏ, ਕਿਉਂਕਿ ਬੱਚੀਆਂ ਦੇ ਨਾਲ ਵਰਕਿੰਗ ਮਦਰ ਤੁਸੀਂ ਰਹੇ ਹੋ? ਦੇਖੋ ਬੇਟੇ, ਜ਼ਿੰਦਗੀ ਦੇ ਵਿੱਚ ਬਹੁਤ ਉਤਰਾਅ ਚੜਾਅ ਆਉਂਦੇ ਹੈ, ਜਿਹੜੇ ਅਭੁੱਲ ਯਾਦਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਖੁਸ਼ੀਆਂ ਵਾਲੀਆਂ ਵੀ ਅਭੁੱਲ ਯਾਦਾਂ ਹੋ ਜਾਂਦੀਆਂ ਨੇ ਅਤੇ ਗਮੀ ਵਾਲੀਆਂ ਵੀ ਹੋ ਜਾਂਦੀਆਂ ਨੇ। ਜੀ। ਖੁਸ਼ੀ ਵਾਲਾ ਪਲ ਤਾਂ ਇਹ ਸੀ ਕਿ ਜਦੋਂ ਮੈਨੂੰ 27-28 ਸਾਲ ਦੀ ਉਮਰ ਦੇ ਵਿੱਚ ਰੈਗੂਲਰ ਪੋਸਟ ਮਿਲ ਗਈ ਸੀ ਮਾਤਾ ਗੁਜਰੀ ਕਾਲਜ ਦੇ ਵਿੱਚ। ਔਰ ਬੜਾ ਇੱਦਾਂ ਹੁੰਦਾ ਸੀ ਕਿ ਮੈਂ ਤਾਂ ਸਟੂਡੈਂਟਸ ਦੇ ਜਿੱਡੀ ਹਾਂ ਔਰ ਮੈਂ ਪ੍ਰੋਫੈਸਰ ਹਾਂ ਅਤੇ ਮੈਂ ਇਹਨਾਂ ਨੂੰ ਆਪਣੇ ਵਰਗਿਆਂ ਨੂੰ ਪੜ੍ਹਾਉਣਾ ਹੈ। ਗਮ ਦੇ ਪਲ ਜ਼ਿਆਦਾ ਆਏ ਹੈ, ਖੁਸ਼ੀ ਦੇ ਪਲ ਘੱਟ ਆਏ ਹੈ, ਲਾਈਫ 'ਚ ਗਮ ਜ਼ਿਆਦਾ ਆਇਆ ਹੈ। ਗਮ ਜਿਹੜਾ ਹੈ ਉਹ ਰਣਦੀਪ, ਤੁਸੀਂ ਸਿਆਣੇ ਹੋ, ਸਭ ਤੋਂ ਵੱਡਾ ਗਮ ਸੀ ਮੇਰੇ ਵਾਸਤੇ ਜਦੋਂ ਮੇਰੇ ਹਸਬੈਂਡ ਇਸ ਦੁਨੀਆ ਤੋਂ ਗਏ। ਤਾਂ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਬਹੁਤ ਔਖਾ ਸਮਾਂ ਹੈ, ਮੈਂ ਆਪਣੀ ਬੇਟੀਆਂ ਨੂੰ ਕਿੱਦਾਂ ਸਾਰਾ ਕੁਝ ਕਿੱਦਾਂ ਮੈਨੇਜ ਕਰਾਂਗੀ। ਪਰ ਮੈਂ ਇੱਥੇ ਅਕਾਲ ਪੁਰਖ ਦਾ ਵੀ ਨਾਮ ਵੀ ਲਾਂਗੀ, ਥੈਂਕਸ ਵੀ ਕਰਾਂਗੀ ਕਿ ਪਰਮਾਤਮਾ ਬਹੁਤ ਬੇਅੰਤ ਹੈ। ਜੋ ਤੁਹਾਡੇ ਨਾਲ ਮਾੜਾ ਕਰਦਾ ਤਾਂ ਉਹਨੇ ਅੱਗੇ ਵੀ ਤੁਹਾਡੇ ਵਾਸਤੇ ਬਹੁਤ ਕੁਝ ਚੰਗਾ ਵੀ ਸੋਚਿਆ ਹੁੰਦਾ। ਅਤੇ ਉਹ ਇੱਕ ਜ਼ਿੰਦਗੀ ਦਾ ਔਖਾ ਪਲ ਸੀ। ਪਰ ਮੇਰੀਆਂ ਬੱਚੀਆਂ ਨੇ, ਉਹਨਾਂ ਨੂੰ ਐਂ ਲੱਗਣ ਲੱਗ ਗਿਆ ਕਿ ਹੁਣ ਹਰ ਪੱਖੋਂ ਅਸੀਂ ਆਪਣੇ ਮਦਰ ਨੂੰ ਦੇਖਣਾ ਹੈ, ਇਹ ਨਾ ਕਿਧਰੇ ਸਾਡੇ ਤੋਂ ਦੂਰ ਚਲੇ ਜਾਣ। ਕਦੇ ਵੀ ਉਹਨਾਂ ਨੇ ਕਿਸੇ ਗੱਲ ਲਈ ਵੀ, ਕਿਸੇ ਚੀਜ਼ ਲਈ ਵੀ ਉਹਨਾਂ ਨੇ ਮੈਨੂੰ ਪਰੇਸ਼ਾਨ ਨਹੀਂ ਕੀਤਾ। ਔਰ ਅੱਜ ਦੀ ਡੇਟ ਤੱਕ ਮੈਂ ਵਾਰ-ਵਾਰ ਬੇਟੀਆਂ ਬਾਰੇ ਗੱਲ ਕਰ ਰਹੀ ਹਾਂ ਕਿ ਇੰਨੀਆਂ ਅੱਛੀਆਂ ਨੇ ਕਿ ਜਿੱਦਾਂ ਹੁਣ ਮਨ ਭਰ ਜਾਂਦਾ ਕਦੇ ਗੱਲ ਕਰਦੇ, ਉਦਰੇਵੇਂ ਨਾਲ ਵੀ ਮਨ ਭਰ ਜੇ। ਅਤੇ ਮੇਰੀ ਵੱਡੀ ਬੇਟੀ ਕਸਮ ਪਾ ਕੇ ਮੈਨੂੰ ਪੁੱਛਦੀ ਹੈ ਕਿ ਤੁਹਾਨੂੰ ਹੋਇਆ ਕੀ ਹੈ, ਕੀ ਪ੍ਰੋਬਲਮ ਹੋਈ ਹੈ। ਅਤੇ ਮੈਂ ਬਹੁਤ ਖੁਸ਼ ਹਾਂ ਆਪਣੀਆਂ ਬੇਟੀਆਂ ਦੇ ਨਾਲ ਔਰ ਪਰਮਾਤਮਾ ਦਾ ਸ਼ੁਕਰ ਕਰਨੇ ਹਾਂ ਕਿ ਮੈਨੂੰ ਬੱਚੀਆਂ ਦਿੱਤੀਆਂ ਔਰ ਮੇਰੀ ਕੇਅਰ ਕਰਦੀਆਂ ਨੇ। ਮੈਂ ਉਹਨਾਂ ਦੀ ਕੇਅਰ ਕਰਨੀ ਆ ਜਿੰਨੀ ਕੁ ਮੈਂ ਕਰ ਸਕਦੀ ਹਾਂ। ਅਤੇ ਬਹੁਤ ਚੰਗਾ ਸਮਾਂ ਜਿਹੜਾ ਹੈ ਉਹ ਸਾਡਾ ਲੰਘ ਰਿਹਾ। ਬਾਕੀ ਉਹਨਾਂ ਦੇ ਦਾਦਕੇ ਅੱਛੇ ਨੇ, ਜ਼ਮੀਨ ਉਹਨਾਂ ਨੇ ਸਾਨੂੰ ਦੇ ਦਿੱਤੀ ਹੈ। ਤੁਸੀਂ ਕਹਿੰਦੇ ਸੀ ਨਾ ਕਿ ਜ਼ਮੀਨ ਲਈ ਬੇਟਾ ਚਾਹੀਦਾ, ਨਹੀਂ ਨਹੀਂ ਨਹੀਂ, ਜ਼ਮੀਨ ਲਈ ਬੇਟੀਆਂ ਚਾਹੀਦੀਆਂ ਜੀ। ਉਹ ਸਾਂਭਣਗੀਆਂ। ਉਹਨਾਂ ਨੇ ਉਸ ਜ਼ਮੀਨ ਤੋਂ ਕੋਈ ਨਸ਼ੇ ਨਹੀਂ ਕਰਨੇ, ਉਹਨਾਂ ਨੇ ਜ਼ਮੀਨ ਵੇਚਣੀ ਨਹੀਂ। ਉਹ ਸਭ ਕੁਛ ਲੜਕੀਆਂ ਕਰੀ ਜਾਂਦੀਆਂ ਨੇ, ਖੇਤੀ ਵੀ ਕਰੀ ਜਾਂਦੀਆਂ ਹੈ। ਮੇਰੀ ਛੋਟੀ ਬੇਟੀ ਕਹਿੰਦੀ ਹੈ ਕਿ ਮੈਂ ਵੱਡੇ ਹੋ ਕੇ ਪਿੰਡ ਜਾਣਾ ਹੈ ਔਰ ਮੈਂ ਟਰੈਕਟਰ ਆਪ ਚਲਾਉਣਾ ਕਰਨਾ, ਆਪ ਖੇਤੀ ਕਰਨੀ ਹੈ। ਕਿਧਰੇ ਵੀ ਆਪਾਂ ਇਹ ਨਹੀਂ ਕਹਿ ਸਕਦੇ, ਸਾਡੀ ਕੋਈ ਸਵੀਪਿੰਗ ਸਟੇਟਮੈਂਟ ਨਹੀਂ ਹੈ ਕਿ ਜਿੱਥੇ ਪ੍ਰੋਪਰਟੀ ਜ਼ਿਆਦਾ ਹੈ ਉੱਥੇ ਬੇਟਾ ਚਾਹੀਦਾ। ਪ੍ਰੋਪਰਟੀ ਤਾਂ ਬੇਟੀਆਂ ਲਈ ਵੀ ਚਾਹੀਦੀ। ਇਹ ਸਾਡੇ ਮਨ ਦੀ ਕੋ ਹੈ ਨਾ, ਉਹ 'ਤੇ ਨਿਰਭਰ ਕਰਦਾ ਹੈ। ਹਾਂਜੀ ਹਾਂ, ਕੋਈ ਉਹ ਨਹੀਂ ਹੈ। ਮਤਲਬ ਜੇ ਪ੍ਰੋਪਰਟੀ ਵੀ ਹੈਗੀ ਹੈ ਤਾਂ ਮੈਂ ਬੜੀ ਖੁਸ਼ ਹਾਂ ਕਿ ਮੇਰੀਆਂ ਬੇਟੀਆਂ ਦੀ ਪ੍ਰੋਪਰਟੀ ਹੈ। ਤੁਹਾਡੀ ਜਦੋਂ ਛੋਟੀ ਬੇਟੀ ਪੈਦਾ ਹੋਈ ਉਦੋਂ ਕਿਸ ਤਰ੍ਹਾਂ ਦਾ ਮਾਹੌਲ ਸੀ ਪਰਿਵਾਰ ਦੇ ਵਿੱਚ? ਕਿਉਂਕਿ ਦੂਸਰੀ ਬੇਟੀ ਸੀ ਅਤੇ ਖੁਦ ਤੁਸੀਂ 7 ਭੈਣਾਂ, ਮਤਲਬ ਤੁਹਾਡੇ ਪੇਕੇ ਅਤੇ ਸਹੁਰੇ ਦੋਵੇਂ ਪਾਸੇ ਕਿਵੇਂ ਦਾ ਮਾਹੌਲ ਸੀ? ਸਹੁਰੇ ਤਾਂ ਆਏ ਹੀ ਨਹੀਂ, ਉਹਨਾਂ ਨੇ ਤਾਂ ਬਿਲਕੁਲ ਮੇਰੀ ਬਾਤ ਨਹੀਂ ਪੁੱਛੀ। ਉਹਨਾਂ ਤਾਂ ਐਂ ਹੋ ਗਿਆ ਕਿ ਬੇਟਾ ਹੋਣਾ ਚਾਹੀਦਾ ਸੀ। ਚੰਗੇ ਨੇ ਪਰ ਥੋੜ੍ਹੇ ਜਿਹੇ ਉਹਨਾਂ ਦੇ ਅਨਐਜੂਕੇਟਡ ਨੇ ਹਸਬੈਂਡ ਮੇਰੇ। ਕੋਈ ਉਹਨਾਂ ਨੂੰ ਇਹ ਸੀ ਕਿ ਇਹ ਠੀਕ ਰਹੇ, ਇਹ ਜਿਉਂਦੀ ਰਹੇ, ਬੇਟੀਆਂ ਨੂੰ ਪਾਲ ਲੈਗੀ ਆਪੇ, ਕੋਈ ਨਹੀਂ। ਮੇਰੇ ਮਨ 'ਚ ਵੀ ਆਇਆ ਕਿ ਬੇਟਾ ਹੋ ਜਾਂਦਾ ਤਾਂ ਠੀਕ ਸੀ। ਪਰ ਉਹ ਹੁਣ ਇੰਨੀ ਪਿਆਰੀ ਹੈ ਕਿ ਕਹੀਦਾ ਕਿ ਨਹੀਂ ਇਹ ਠੀਕ ਹੈ, ਬੇਟੇ ਦੀ ਥਾਂ 'ਤੇ ਆ ਜਾਂਦਾ ਬੇਟੇ ਕਦੇ ਕਦੇ। ਪਰ ਇੱਦਾਂ ਨਹੀਂ ਹੈ ਕਿ ਜਿੱਦਾਂ ਤੁਸੀਂ ਹੁਣੇ ਗੱਲ ਦੱਸੀ ਹੈ ਕਿ ਉਹ ਕਹਿੰਦੇ ਕਿ ਜੇ ਬੇਟੀ ਹੋਊਗੀ ਤਾਂ ਆਪਾਂ ਕਿਸੇ ਨੂੰ ਦੇ ਦਾਂਗੇ ਜਾਂ ਸੁੱਟ ਦਾਂਗੇ ਜਾਂ ਅਬੋਰਸ਼ਨ ਕਰਾ ਦਾਂਗੇ। ਇੱਦਾਂ ਦਾ ਕਦੇ ਵੀ ਖਿਆਲ ਮਨ ਦੇ ਵਿੱਚ ਨਹੀਂ ਆਇਆ, ਕਿਉਂਕਿ ਆਲਰੇਡੀ ਸਾਡੇ ਸਾਹਮਣੇ ਇੱਕ ਐਗਜ਼ਾਮਪਲ ਸਨ ਸਾਡੇ ਪੇਰੈਂਟਸ।
ਔਰ ਉਸ ਵਕਤ ਤਾਂ ਬੇਟੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਜੰਮਣ ਤੋਂ ਬਾਅਦ। ਜੀ, ਇੱਕ ਵਾਰ ਨਾ ਡਾਕਟਰ ਹਰਸ਼ਿੰਦਰ ਕੌਰ ਦੀ ਇੱਕ ਇੰਟਰਵਿਊ ਮੈਂ ਸੁਣੀ ਤੇ ਉਹਦੇ 'ਚ ਉਹ ਗੱਲ ਕਰ ਰਹੇ ਸੀ ਕਿ ਉਹ ਬਠਿੰਡਾ ਸਾਈਡ ਨਾ ਕਿਸੇ ਪਿੰਡ ਦੇ ਵਿੱਚ ਕੈਂਪ ਲਗਾਉਣ ਗਏ ਸੀ ਤਾਂ ਉੱਥੇ ਇੱਕ ਨਵਜਨਮੇ ਬੱਚੇ ਨੂੰ ਉਹਨਾਂ ਨੇ ਵੇਖਿਆ ਕਿ ਕੁਝ ਕੁੱਤੇ ਖਿੱਚੀ ਜਾ ਰਹੇ ਸੀਗੇ ਤੇ ਕਹਿੰਦੇ ਕਿ ਅਸੀਂ ਉੱਥੇ ਆਪਣੀ ਵੈਨ ਰੋਕੀ, ਡਾਕਟਰਸ ਦੀ ਟੀਮ ਸੀ ਪੂਰੀ, ਤੇ ਕਹਿੰਦੇ ਕਿ ਅਸੀਂ ਉਹ ਬੱਚੇ ਨੂੰ ਛੁਡਵਾਇਆ ਕੁੱਤਿਆਂ ਤੋਂ ਤੇ ਕਹਿੰਦੇ ਕਿ ਅਸੀਂ ਉਹਨੂੰ ਸਹਾਇਤਾ ਦਿੱਤੀ ਮੁੱਢਲੀ, ਤੇ ਕਹਿੰਦੇ ਮੈਨੂੰ ਲੱਗਿਆ ਕਿ ਵੀ ਪਤਾ ਨਹੀਂ ਕਿਸ ਘਰ 'ਚੋਂ ਇਹ ਚੁੱਕ ਕੇ ਲੈ ਕੇ ਆਏ ਹੋਣੇ, ਬੱਚਾ ਵੀ ਮਾਂ ਪਿਓ ਦਾ ਕੀ ਹਾਲ ਹੋਏਗਾ। ਤੇ ਕਹਿੰਦੇ ਕਿ ਜਦੋਂ ਅਸੀਂ ਅਗਲੇ ਪਿੰਡ ਉੱਥੇ ਪਹੁੰਚੇ ਤਾਂ ਉਹ ਪਤਾ ਚੱਲਿਆ ਕਿ ਕਿਸੇ ਦੇ ਘਰੇ ਚੌਥੀ ਬੇਟੀ ਪੈਦਾ ਹੋਈ ਸੀ ਤੇ ਉਹਦੇ ਪਿਓ ਨੇ ਖੁਦ ਹੀ ਸੁੱਟ ਦਿੱਤੀ ਤੇ ਉੱਥੋਂ ਕੁੱਤੇ ਚੁੱਕ ਲੈ ਆਏ ਨਾ। ਤੇ ਉਹ ਕਹਿੰਦੇ ਕਿ ਮੈਨੂੰ ਇੰਨਾ ਮਹਿਸੂਸ ਹੋਇਆ ਇਹ ਗੱਲ ਸੋਚ ਕੇ ਕਿ ਮੈਂ, ਕਿਉਂਕਿ ਉਹ ਆਪਣੇ ਮਾਂ ਪਿਓ ਦੇ ਚੌਥੇ ਬੇਟੀ ਸੀ ਤੇ ਇਸ ਕਹਿੰਦੇ ਕਿ ਮੈਨੂੰ ਲੱਗਿਆ ਕਿ ਉਹ ਬੱਚੀ ਨਹੀਂ ਕਿ ਮੈਂ ਕਿਤੇ ਸੁੱਟੀ ਹੋਈ ਪਈ ਹਾਂ, ਕਿ ਜੇ ਮੇਰੇ ਮਾਂ ਪਿਓ ਮੈਨੂੰ ਨਾ ਚੁੱਕ ਕੇ ਪਾਲਦੇ ਤਾਂ ਸ਼ਾਇਦ ਹੁਣ ਵੀ ਸਾਡੇ ਸਮਾਜ ਦੇ ਵਿੱਚ ਇਹ ਹੈ ਕਿ ਅਕਸਰ ਨਾ ਅਸੀਂ ਜਿਵੇਂ ਧੀ ਨੂੰ ਕਹਿ ਦਿੰਦੇ ਹਾਂ ਕਿ ਇਹਨੂੰ ਪੁੱਤਾਂ ਵਾਂਗ ਪਾਲਿਆ, ਪਰ ਸਾਨੂੰ ਨਹੀਂ ਲੱਗਦਾ ਕਿ ਧੀ ਧੀ ਹੈ, ਪੁੱਤ ਪੁੱਤ ਹੈ। ਨਹੀਂ, ਧੀਆਂ ਨੂੰ ਧੀਆਂ ਵਾਂਗੂ ਪਾਲੋ ਹੈ ਨਾ, ਅਸੀਂ ਕਿਉਂ ਮਤਲਬ ਆਪਣੇ ਕੀ ਮਨ ਨੂੰ ਜ਼ਰੂਰਤ ਹੈ ਤਸੱਲੀ ਪੁੱਤਾਂ ਨਹੀਂ ਨੂੰ ਦਿੰਦੇ ਕਿ ਉਹ ਕਿਉਂ ਤੁਸੀਂ ਪ੍ਰੈਫਰੈਂਸ ਦੇ ਰਹੇ ਹੋ ਔਰ ਉਹਨਾਂ ਨੂੰ ਡੋਮੀਨੇਟ ਕਰ ਰਹੇ ਹੋ ਕਿ ਤੁਸੀਂ ਮੇਰੀਆਂ ਧੀਆਂ ਹੋ ਪਰ ਮੈਂ ਤੁਹਾਨੂੰ ਪੁੱਤਾਂ ਵਾਂਗੂ ਪਾਲਿਆ। ਕਿਉਂ ਜਿਹੜੇ ਦੁੱਧ ਤੇ ਮਲਾਈ ਪੁੱਤ ਖਾ ਸਕਦੇ ਨੇ ਉਹ ਬੇਟੀ ਕਿਉਂ ਨਹੀਂ ਖਾ ਸਕਦੀ? ਫਿਰ ਕਹਿੰਦੇ ਬੇਟੀ ਨੂੰ ਫਿਜ਼ੀਕਲੀ ਵੇਲ ਤਰ੍ਹਾਂ ਵੱਧਦੀਆਂ ਨੇ, ਵਧਣ ਦਿਓ, ਬੱਚਿਆਂ ਨੂੰ ਵਧਣ ਦਿਓ, ਕੁੜੀਆਂ ਨੂੰ ਕਿਉਂ ਨਹੀਂ ਵਧਣ ਦੇਣਾ? ਔਰ ਜਿਹੜੇ ਪੇਰੈਂਟਸ ਕੋਈ ਰੂੜੀਆਂ ਤੇ ਸੁੱਟਦੇ ਨੇ, ਕੋਈ ਗਟਰਸ ਦੇ ਵਿੱਚ ਸੁੱਟਦੇ ਨੇ, ਕੋਈ ਅਬੋਰਸ਼ਨ ਕਰਾਉਂਦੇ ਨੇ, ਉਹ ਪੇਰੈਂਟਸ ਇਹ ਸੋਚ ਕੇ ਕਰਨ ਕਿ ਜੇ ਬੱਚੀਆਂ ਹੋਣਗੀਆਂ ਤਾਂ ਬੇਟੇ ਵਿਆਹੇ ਜਾਣਗੇ, ਤਾਂ ਅੱਗੋਂ ਉਹਨਾਂ ਦੇ ਪੁੱਤ ਪੋਤਿਆਂ ਦੀ ਰੱਖਦੇ ਆ ਨਾ ਆਪਾਂ ਆਸ, ਪੋਤਿਆਂ ਦੀ ਰੱਖਦੇ ਆ, ਫਿਰ ਅੱਗੋਂ ਪੋਤਿਆਂ ਦੇ ਪੋਤਿਆਂ ਦੀ ਰੱਖਦੇ ਆ। ਔਰਤ ਬਹੁਤ ਘੱਟ ਔਰਤ ਹੈ ਜਿਹੜੀ ਇਹ ਕਹੇ ਕਿ ਮੇਰੇ ਘਰ ਬੇਟੀ ਹੋਣੀ ਚਾਹੀਦੀ ਹੈ। ਹੋ ਜੇ ਤੇ ਪਿਆਰ ਬਹੁਤ ਕਰਦੇ ਆ, ਪਰ ਮੋਸਟਲੀ ਇੱਕ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਇਹ ਜ਼ਰੂਰ ਹੁੰਦਾ ਹੈ ਕਿ ਬੇਟਾ ਹੋ ਜੇ, ਸੈਕਿੰਡ ਹੋ, ਥਰਡ। ਤੇ ਇਦਾਂ ਦੇ ਪੇਰੈਂਟਸ ਦੇਖੋ ਬਹੁਤ ਲੋਕ ਨੇ ਜਿਨ੍ਹਾਂ ਕੋਲੇ ਬੇਟੀ ਵੀ ਨਹੀਂ ਹੈ, ਬਜਾਏ ਅਸੀਂ ਇਸ ਦੇ ਕਿ ਅਸੀਂ ਉਹਨਾਂ ਬੱਚੀਆਂ ਨੂੰ ਪੈਦਾ ਕਰਕੇ ਅਸੀਂ ਕੁੱਤਿਆਂ ਵਾਸਤੇ ਸੁੱਟ ਰਹੇ ਹਾਂ। ਉਹ ਤੁਸੀਂ ਹੌਸਪੀਟਲਸ ਦੇ ਵਿੱਚ, ਉਹ ਤੁਸੀਂ ਕਿਸੇ ਸੰਸਥਾ ਦੇ ਵਿੱਚ ਦਿਓ, ਉੱਥੋਂ ਬੱਚਿਆਂ ਨੂੰ ਅਡਾਪਟ ਕਰ ਲੈਂਦੇ ਨੇ ਪੇਰੈਂਟਸ। ਔਰ ਜਗ੍ਹਾ ਜਗ੍ਹਾ 'ਤੇ ਹੁਣ ਤਾਂ DC ਆਫਿਸਾਂ ਦੇ ਵਿੱਚ ਪੰਗੂੜੇ ਲਾਏ ਹੋਏ ਨੇ ਜੀ ਕਿ ਤੁਸੀਂ ਆਪਣਾ ਨਾਮ ਵੀ ਨਹੀਂ, ਪਹਿਚਾਣ ਵੀ ਨਹੀਂ ਦੱਸਣੀ, ਤੁਸੀਂ ਇੱਥੇ ਬੱਚੀ ਨੂੰ ਪਾ ਜਾਓ ਤੇ ਅਸੀਂ ਅੱਗੋਂ ਉਹਨੂੰ ਲੁੱਕ ਆਫਟਰ ਕਰਾਂਗੇ। ਬੜੀਆਂ ਸੰਸਥਾਵਾਂ ਨੇ, NGOs ਨੇ ਜਿਹੜੀਆਂ ਬੱਚੀਆਂ ਨੂੰ ਪਾ ਰਹੀਆਂ ਨੇ, ਤੇ ਅਸੀਂ ਕਿਉਂ ਉਹਨਾਂ ਦੀ ਇੰਨੀ ਬੇਕਦਰੀ ਕਰ ਰਹੇ ਹਾਂ? ਬੇਕਦਰੀ ਨਹੀਂ ਕਰਨੀ ਚਾਹੀਦੀ। ਗੁਰਬਾਣੀ ਦੇ ਅਨੁਸਾਰ ਜੀ ਦਇਆ ਪ੍ਰਵਾਨ, ਅਸੀਂ ਤਾਂ ਦਇਆ ਕਰਨੀ ਹੈ। ਤੇ ਅਸੀਂ ਬੇਟੀਆਂ ਨੂੰ ਪੈਦਾ ਕਰਕੇ ਤੇ ਅਸੀਂ ਆਪਾਂ ਕਦੇ ਉਹਨਾਂ ਨੂੰ ਅਫੀਮ ਦੇ ਕੇ ਮਾਰ ਰਹੇ ਹਾਂ, ਕਦੇ ਉਹਨਾਂ ਦਾ ਸਾਹ ਘੁੱਟ ਕੇ ਮਾਰਿਆ। ਡਾਕਟਰ ਹਰਸ਼ਿੰਦਰ ਕੌਰ ਦਾ ਲੇਖ ਹੈ ਇੱਕ ਕਿ ਪੱਥਰ ਯੁੱਗ ਤੋਂ ਲੜਕੀ, ਕੋਈ ਅੱਜ ਦੀ ਗੱਲ ਨਹੀਂ ਹੈ, ਅੱਜ ਤਾਂ ਟੈਕਨੋਲੋਜੀ ਕਰਕੇ ਉਹਨੂੰ ਪੈਦਾ ਹੀ ਨਹੀਂ ਹੋਣ ਦਿੱਤਾ ਜਾਂਦਾ। ਇੰਨੀ ਵਧ ਗਈ, ਇੰਨਾ ਸਾਡੇ ਲਈ ਫੇਥਫੁਲ ਹੋਈ ਟੈਕਨੋਲੋਜੀ ਕਿ ਅਸੀਂ ਤੈਨੂੰ ਜਨਮ ਹੀ ਨਹੀਂ ਲੈਣ ਦੇਣਾ, ਕਿ ਪਹਿਲੇ ਜਨਮ ਤੋਂ ਬਾਅਦ ਮਾਰਦੇ ਸੀ, ਹੁਣ ਉਹ ਪਹਿਲੇ। ਤੇ ਇਹ ਕੋਈ ਅੱਜ ਦੀ ਗੱਲ ਨਹੀਂ ਹੈ। ਡਾਕਟਰ ਹਰਸ਼ਿੰਦਰ ਉਹਨਾਂ ਦਾ ਲੇਖ ਮੈਂ ਪੜ੍ਹਾਇਆ ਔਰ ਉਹਨਾਂ ਨੇ ਬੜੀ ਪਿਆਰੀ ਉਹਦੀ ਸਟਾਰਟਿੰਗ ਕੀਤੀ ਹੈ। ਕਹਿੰਦੇ ਇਹ ਉਹ ਹਿੰਦੁਸਤਾਨ ਹੈ ਜਿੱਥੇ ਕਹਿੰਦੇ ਬਿੱਲੀ ਮਾਰਨੀ ਪਾਪ ਸਮਝੀ ਜਾਂਦੀ ਹੈ, ਜਿੱਥੇ ਪਿੱਪਲ ਦਾ ਪੱਤਾ ਤੋੜਨਾ ਪਾਪ ਸਮਝਿਆ ਜਾਂਦਾ ਹੈ, ਜਿੱਥੇ ਕੰਜਕਾਂ ਬਿਠਾ ਕੇ ਦੇਵੀਆਂ ਸਮਝ ਕੇ ਪੂਜਾ ਕੀਤੀ ਜਾਂਦੀ ਹੈ, 7 ਦੇਵੀਆਂ ਨੂੰ ਲੋਕ ਜਾ ਜਾ ਕੇ ਪੂਜਦੇ ਹੈ, ਉੱਥੇ ਕਹਿੰਦੇ ਲੜਕੀ ਨੂੰ ਮਾਰਨਾ ਪਾਪ ਨਹੀਂ ਸਮਝਿਆ ਜਾਂਦਾ। ਤੇ ਜਿੰਨੀਆਂ ਵੀ ਗਾਲਾਂ ਬਣੀਆਂ ਉਹ ਮਾਂ ਤੇ ਭੈਣ ਦੀਆਂ ਹੀ ਗਾਲਾਂ ਬਣੀਆਂ, ਗਾਲਾਂ ਦਾ ਅਬਿਊਜ਼ ਕਰਨਾ ਕਿਸੇ ਨੂੰ। ਕਹਿੰਦੇ ਨੇ ਕਿ ਔਰਤ ਨੂੰ ਜਿਹੜੀ ਹਰ ਦੁਆ ਮਿਲਦੀ ਆ ਉਹ ਮਰਦ ਲਈ ਹੈ, ਤੇ ਮਰਦ ਦੀ ਹਰ ਗਾਲ ਔਰਤ ਲਈ ਹੈ। ਔਰਤ ਲਈ ਹੈ, ਬਿਲਕੁਲ ਸਹੀ ਹੈ ਨਾ। ਤੁਸੀਂ ਮੈਮ ਲਗਭਗ 3 ਦਹਾਕਿਆਂ ਤੱਕ ਤੁਸੀਂ ਕੰਮ ਕੀਤਾ, ਨੌਕਰੀ ਕੀਤੀ ਹੈ। ਤੁਹਾਨੂੰ ਕਦੇ ਇਹ ਮਹਿਸੂਸ ਹੋਇਆ ਕਿ ਇੱਕ ਔਰਤ ਲਈ, ਕੰਮਕਾਜੀ ਔਰਤ ਲਈ ਪਰਿਵਾਰ ਤੇ ਨੌਕਰੀ ਇਹ ਜਿਹੜੀ ਹੈ ਉਹ ਜ਼ਿਆਦਾ ਮੁਸ਼ਕਿਲ ਹੁੰਦੀ ਹੈ, ਜੇ ਖਾਸ ਕਰਕੇ ਇਕੱਲੀ ਔਰਤ ਹੈ ਉਹਦੇ ਲਈ? ਇਕੱਲੀ ਔਰਤ ਲਈ ਵੀ ਤੇ ਜਿਹੜੀਆਂ ਔਰਤਾਂ ਵਿਦ ਫੈਮਲੀਜ਼ ਨੇ ਸਾਰਿਆਂ ਲਈ ਔਖਾ ਹੈ। ਪਰ ਮੈਂ ਰਣਦੀਪ ਜਿੰਨੇ ਸਾਲ ਵੀ ਜੌਬ ਕੀਤੀ ਹੈ ਐਜ਼ ਏ ਪ੍ਰੋਫੈਸਰ, ਐਜ਼ ਏ ਪ੍ਰਿੰਸੀਪਲ,
मैं अपनियां स्टूडेंट्स ਨੂੰ ਹਮੇਸ਼ਾ ਹੀ ਇਹ ਸਿੱਖਿਆ ਦਿੱਤੀ ਹੈ ਕਿ ਤੁਸੀਂ ਜੌਬ ਕਰਨੀ ਹੈ, ਔਖੇ ਹੋ ਸੌਖੇ ਹੋ। ਇੱਕ ਜਿਹੜੀ ਲੇਡੀ ਹੈ, ਲੜਕੀ ਹੈ, ਉਹ ਐਮਫਿਲ ਕਰ ਲਈ, PhD ਕਰ ਲਈ, ਤੇ ਉਹਨੇ ਉਹਦੇ ਹਸਬੈਂਡ ਨੇ ਕਿਹਾ ਕਿ ਨਹੀਂ ਤੂੰ ਨੌਕਰੀ ਰਹਿਣ ਦੇ ਕਰਨ ਨੂੰ। ਕਈ ਆਪਾਂ ਵੀਡੀਓਜ਼ ਵੀ ਦੇਖਦੇ ਹਾਂ, ਵੈਸੇ ਵੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਬੜੇ ਕੇਸਿਸ ਆਉਂਦੇ ਆ, ਤੇ ਉਹ ਬੈਠ ਗਈ ਕਿ ਓਕੇ ਜੀ ਠੀਕ ਹੈ ਜੀ ਮੈਂ ਨਹੀਂ ਕਰਦੀ। ਤੁਸੀਂ ਦੇਖੋ ਕਿ ਕੁਝ ਸਮੇਂ ਬਾਅਦ ਉਹਦੇ ਮਾਈਂਡ 'ਚ ਜ਼ਰੂਰ ਆਏਗਾ ਕਿ ਹਾਏ ਮੇਰੇ ਪੇਰੈਂਟਸ ਨੇ ਇੰਨਾ ਪੜ੍ਹਾਇਆ, ਮੈਨੂੰ ਇੰਨਾ ਪੈਸਾ ਵੀ ਲੱਗਦਾ ਸਟੱਡੀ 'ਤੇ। ਇਸ ਕਰਕੇ ਜੌਬ ਔਖੀ ਜ਼ਰੂਰ ਹੈ, ਕਿਉਂਕਿ ਦੂਰੀ ਚੱਕੀ 'ਚ ਪਿਸਣ ਲੱਗ ਗਈ ਜੀ। ਮੈਂ ਤਾਂ ਕਹਿੰਦੀ ਹੁੰਦੀ ਹਾਂ ਕਿ ਕੁਝ ਤਾਂ ਕੰਮ ਅਸੀਂ ਆਪਣੇ ਸਿਰੇ 'ਤੇ ਆਪ ਲੈ ਲਈ। ਫੋਰ ਐਗਜ਼ਾਮਪਲ ਅੱਡੀਆਂ ਚੁੱਕ ਕੇ ਫਾਹ ਲਿਆ। ਹਾਂ ਬਿਲਕੁਲ ਸਹੀ। ਆਪਾਂ ਸਿਲੰਡਰ ਦੀ ਗੱਲ ਹੈ, ਸਿਲੰਡਰ ਕਈ ਵਾਰੀ ਜਾ ਕੇ ਭਰਾਉਣਾ ਪੈਂਦਾ ਨਾ, ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ। ਉੱਥੇ ਲੇਡੀ ਕਹਿ ਗਈ ਤੁਸੀਂ ਨਾ ਜਾਇਓ, ਜਿਹੜੇ ਜੈਂਟਸ ਦੀ ਲਾਈਨ ਲੰਬੀ ਹੁੰਦੀ ਹੈ, ਮੈਂ ਹੀ ਚਲੀ ਜਾਂਦੀ ਹਾਂ। ਅਗਲੇ ਦਿਨ ਹਸਬੈਂਡ ਕਹਿੰਦਾ ਆਉਂਦੇ ਹੋਏ ਸਿਲੰਡਰ ਵੀ ਰਿਕਸ਼ੇ 'ਤੇ ਰੱਖ ਲਈ, ਤੂੰ ਜੇ ਤੈਨੂੰ ਬੁਕਿੰਗ ਕਰਾਉਣੀ ਆ ਗਈ ਹੈ ਤਾਂ ਉਹ ਵੀ ਲੈ ਆਈ। ਪੇਰੈਂਟਸ ਦੀ ਮੀਟਿੰਗ 'ਤੇ ਤੁਸੀਂ ਜੌਬ 'ਤੇ ਜਾਓ, ਮੈਂ ਹਾਫ ਡੇ ਲੈ ਕੇ ਤੇ ਸਟੂਡੈਂਟਸ ਆਪਣੇ ਬੱਚਿਆਂ ਦੀ ਪੇਰੈਂਟ ਟੀਚਰ ਮੀਟਿੰਗ 'ਤੇ ਮੈਂ ਚਲੀ ਜਾਂਦੀ ਹਾਂ। ਕੁਝ ਗੱਲਾਂ ਤਾਂ ਨਾ ਆਪ ਹੀ ਸਹੇੜਦੀਆਂ ਕਿ ਆਏ ਹਸਬੈਂਡ ਆਏ, ਲੇਡੀ ਵੀ ਆਈ ਜੌਬ ਕਰਕੇ, ਅੱਛਾ ਪਾਣੀ ਕੋਈ ਨਹੀਂ ਤੁਸੀਂ ਬੈਠੋ ਮੈਂ ਪਾਣੀ ਲਿਆਉਣੀ ਆ, ਉਹ ਲਿਆ ਦੇਣ, ਫਿਰ ਕੀ ਹੈ। ਉਹ ਵੀ ਥੱਕ ਕੇ ਆਏ ਨੇ, ਤੁਸੀਂ ਵੀ ਥੱਕ ਕੇ ਆਏ ਹੋ। ਮਤਲਬ ਔਖਾ ਤਾਂ ਹੈ ਜੌਬ ਕਰਨੀ ਔਰ ਨਾਲ ਘਰ ਸਾਂਭਣਾ, ਇਹ ਔਖਾ ਹੈ ਜੀ। ਪਰ ਫਿਰ ਵੀ ਮੈਂ ਇਹੀ ਕਹਾਂਗੀ ਕਿ ਜੇ ਤੁਸੀਂ ਪੜ੍ਹੇ ਹੋ ਤਾਂ ਤੁਹਾਨੂੰ ਜੌਬ ਕਰਨੀ ਚਾਹੀਦੀ ਹੈ, ਕਿਉਂਕਿ ਤੁਹਾਡੀ ਆਪਣੀ ਕਮਾਈ ਜਿਹੜੀ ਹੈ ਉਹਦੇ ਵਿੱਚੋਂ ਘੱਟੋ ਘੱਟ ਕੁਝ ਆਪਣੀਆਂ ਖਾਹਿਸ਼ਾਂ, ਕੁਝ ਬੱਚਿਆਂ ਦੀਆਂ ਖਾਹਿਸ਼ਾਂ ਜੀ, ਉਹ ਤੁਸੀਂ ਪੂਰੀਆਂ ਕਰ ਸਕਦੇ ਹੋ। ਤੁਹਾਨੂੰ ਵਾਰ-ਵਾਰ ਹੱਥ ਨਹੀਂ ਅੱਡਣਾ ਪਏਗਾ। ਮੈਂ ਨਾ ਥੋੜ੍ਹੇ ਦਿਨ ਪਹਿਲੇ ਮਨਪ੍ਰੀਤ ਮਹਿਨਾਜ਼ ਦਾ ਇੱਕ ਲੇਖ ਪੜ੍ਹਿਆ। ਉਹ ਕਹਿੰਦੇ ਕਿ ਅਸੀਂ ਨਾ ਕਦੇ ਜੇ ਕੰਮ ਕਰ ਰਹੇ ਹਾਂ ਤਾਂ ਮਾਂ ਲਈ ਕਦੇ ਮਦਰਸ ਡੇ 'ਤੇ ਕੋਈ ਗਿਫਟ ਲੈ ਲਿਆ, ਉਹਨਾਂ ਨੂੰ ਸੂਟ ਲੈ ਕੇ ਦਿੱਤਾ, ਸਾਨੂੰ ਲੱਗਦਾ ਕਿ ਅਸੀਂ ਮਾਂ ਲਈ ਬਹੁਤ ਕਰਤਾ ਹੈ ਨਾ। ਪਰ ਮਾਂ ਸਾਡੇ ਲਈ ਕਿੰਨਾ ਕੁਝ ਕਰਦੀ ਹੈ ਸਾਨੂੰ ਕਦੇ ਧਿਆਨ 'ਚ ਨਹੀਂ ਹੁੰਦਾ। ਪਰ ਇੱਥੇ ਇੱਕ ਦੂਸਰੀ ਜਿਹੜਾ ਪੱਖ ਹੈ ਉਹ ਵੀ ਤਾਂ ਆਉਂਦਾ ਹੈ ਕਿ ਉਹ ਕਹਿ ਦਿੰਦੇ ਆ ਕਿ ਵੀ ਧੀਆਂ ਤੋਂ ਨਹੀਂ ਲੈਣਾ, ਧੀਆਂ ਦਾ ਖਾ ਕੇ ਕਿੱਥੇ ਜਾਵਾਂਗੇ, ਹੈ ਨਾ। ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ? ਨਹੀਂ ਜੀ ਦੇਖੋ, ਮੈਂ ਤਾਂ ਇਹ ਬਿਲਕੁਲ ਇਸ ਗੱਲ ਦੇ ਖਿਲਾਫ ਹਾਂ। ਮੈਨੂੰ ਆਉਂਦਾ ਗੁੱਸਾ ਇਸ ਗੱਲ 'ਤੇ ਕਿ ਧੀਆਂ ਦਾ ਨਹੀਂ ਖਾਣਾ ਤੇ ਫਲਾਣੇ ਦਾ ਖਾਣਾ, ਤੇ ਪੁੱਤਰ ਖਵਾਏ ਨਾ ਧੀ ਦਾ ਖਾਓ ਨਾ। ਪੇਰੈਂਟਸ ਕਿੱਥੇ ਜਾਣਗੇ? ਕਿਉਂ ਨਹੀਂ ਖਾਣਾ ਧੀ ਦਾ? ਧੀ ਨੂੰ ਜਨਮ ਦਿੱਤਾ ਹੈ, ਧੀ ਨੂੰ ਪੜ੍ਹਾਇਆ ਹੈ, ਧੀ ਨੂੰ ਸਟੈਂਡ ਕੀਤਾ ਹੈ। ਤੇ ਹੁਣ ਮੈਨੂੰ ਲੱਗਦਾ ਕਿ ਗੱਲਾਂ ਹੁਣ ਨਹੀਂ ਹੈਗੀਆਂ। ਸੋਸਾਇਟੀ ਬਹੁਤ ਚੇਂਜ ਹੋ ਗਈ, ਐਜੂਕੇਸ਼ਨ ਨੇ ਬਹੁਤ ਕੁਝ ਚੇਂਜ ਕਰ ਦਿੱਤਾ, ਔਰ ਇਹ ਹੁਣ ਗੱਲ ਨਹੀਂ ਹੈ ਕਿ ਧੀਆਂ ਦਾ ਨਹੀਂ ਖਾਣਾ। ਅਸੀਂ ਧੀਆਂ ਹੋ ਕੇ ਆਪਣੇ ਮਦਰਸ ਨੂੰ, ਫਾਦਰਸ ਨੂੰ ਕੋਲੇ ਰੱਖਿਆ ਆਪਣੇ, ਔਰ ਜਿੰਨੀ ਕਰ ਸਕਦੇ ਸੀ ਸੇਵਾ ਆਪਣੀ ਕੈਪੈਸਿਟੀ ਦੇ ਮੁਤਾਬਕ ਕੀਤੀ ਹੈ ਜੀ। ਔਰ ਆਪਣੇ ਬੱਚਿਆਂ ਨੂੰ ਵੀ ਸਿਖਾਇਆ ਕਿ ਰਿਸਪੈਕਟ ਯੂਰ ਐਲਡਰਸ, ਨਾਨਾ ਹੋਵੇ, ਨਾਨੀ ਹੋਵੇ, ਦਾਦਾ ਹੋਵੇ, ਦਾਦੀ ਹੋਵੇ, ਉਹਦੀ ਰਿਸਪੈਕਟ ਕਰੋ ਜੀ। ਮੈਮ ਤੁਸੀਂ ਦਸੰਬਰ 'ਚ ਰਿਟਾਇਰ ਹੋ ਚੁੱਕੇ ਹੋ, 4-5 ਮਹੀਨੇ ਹੁਣ ਤੁਸੀਂ ਘਰ ਹੀ ਹੋ, ਹੈ ਨਾ। ਤਾਂ ਕਿਵੇਂ ਦਾ ਅਨੁਭਵ ਹੋ ਰਿਹਾ ਤੁਹਾਨੂੰ? ਕਿਉਂਕਿ ਗੋਲਡਨ ਪੀਰੀਅਡ ਮੰਨਿਆ ਜਾਂਦਾ ਕਿ ਤੁਸੀਂ ਜਦੋਂ ਕਾਫੀ ਸਾਰੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋ ਜਾਂਦੇ ਹੋ, ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ? ਬਹੁਤ ਸਾਰੀਆਂ ਜ਼ਿੰਮੇਵਾਰੀਆਂ ਮੈਂ ਨਿਭਾਈਆਂ ਨੇ ਡਿਊਟੀ ਦੌਰਾਨ, ਸਿਰਫ ਕਾਲਜ ਦੀਆਂ ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਸਾਡਾ ਕਾਲਜ। ਔਰ ਜੋ ਵੀ, ਕਿਉਂਕਿ ਇਹਨਾਂ ਦੇ ਧਾਰਮਿਕ ਫੰਕਸ਼ਨ ਵੀ ਹੁੰਦੇ ਹੈ, ਅਤੇ ਜਿਹੜੀ ਵੀ ਡਿਊਟੀ ਦਿੱਤੀ ਗਈ, ਬੇਸ਼ੱਕ ਉਹ ਬਾਹਰ ਜਾਣ ਦੀ ਸੀ, ਮਤਲਬ ਕਿਤੇ ਕੋਈ ਫੰਕਸ਼ਨ ਹੈ ਉੱਥੇ ਜਾਣ ਦੀ ਸੀ, ਕੋਈ ਸੈਮੀਨਾਰ 'ਤੇ ਜਾਣ ਦੀ ਸੀ, ਉਹ ਵੀ ਨਿਭਾਈ, ਨਾਲ ਕਾਲਜ ਦੀ ਵੀ ਡਿਊਟੀ ਨਿਭਾਈ। ਔਰ ਸਾਡਾ ਪਹਿਲਾ ਆਟੋਨਮਸ ਕਾਲਜ ਹੋਣ ਕਰਕੇ ਟਾਈਮਿੰਗਸ ਵੀ ਬਹੁਤ ਸਨ ਅਤੇ ਕੰਮ ਵੀ ਬਹੁਤ ਸੀ, ਕਿਉਂਕਿ ਅਸੀਂ ਸਿਲੇਬਸ ਵੀ ਆਪ ਫਰੇਮ ਕਰਨੇ ਸਨ, ਅਸੀਂ ਐਗਜ਼ਾਮੀਨੇਸ਼ਨ ਵੀ ਆਪਣਾ ਆਪ ਦੇਖਣਾ ਸੀ। ਔਰ ਮੇਰੀ ਐਜ਼ ਏ ਵਾਈਸ ਪ੍ਰਿੰਸੀਪਲ ਥੋੜ੍ਹੀਆਂ ਜਿਹੀਆਂ ਡਿਊਟੀਜ਼ ਬਾਕੀ ਟੀਚਰਸ ਨਾਲੋਂ ਵੱਧ ਸਨ, ਪਰ ਮੈਂ ਜਿੰਨੀ ਵੀ ਮੇਰੀ ਸਮਰੱਥਾ ਸੀ ਬਾਖੂਬੀ ਆਪਣੀ ਹਰ ਡਿਊਟੀ ਜਿਹੜੀ ਹੈ ਤਨ ਮਨ ਨਾਲ ਨਿਭਾਈ ਹੈ। ਰਿਟਾਇਰਮੈਂਟ ਤੋਂ ਬਾਅਦ ਵੀ ਮੈਂ ਬੜੀ ਰਿਲੈਕਸ ਔਰ ਮੈਂ ਖੁਸ਼ ਹਾਂ ਆਪਣੀ ਬੇਟੀਆਂ ਦੇ ਨਾਲ, ਆਪਣੀ ਪੜ੍ਹਾਈ ਕਰਨ ਦਾ, ਪਾਠ ਕਰਨ ਦਾ, ਆਪਣੇ ਘਰ 'ਚ ਰਹਿਣ ਦਾ।
ਮੌਕਾ ਮਿਲਿਆ। ਇਸ ਕਰਕੇ ਮੈਨੂੰ ਰਿਟਾਇਰਮੈਂਟ ਤੋਂ ਬਾਅਦ ਬਹੁਤ ਜ਼ਿਆਦਾ ਮਹਿਸੂਸ ਨਹੀਂ ਹੋਇਆ। ਠੀਕ ਹੈ, ਸਾਡੀ ਪੈਨਸ਼ਨ ਵੀ ਨਹੀਂ ਹੈ, ਪਰ ਸਟਿਲ ਆਈ ਐਮ ਹੈਪੀ ਕਿ ਕੋਈ ਗੱਲ ਨਹੀਂ, ਇੰਨੇ ਸਾਲ ਮੈਂ ਜੌਬ ਕੀਤੀ ਹੈ ਔਰ ਠੀਕ ਜੌਬ ਕੀਤੀ ਹੈ। ਔਰ ਰਣਦੀਪ ਜਿੰਨੇ 30 ਸਾਲ ਮੈਂ ਜੌਬ ਕੀਤੀ ਹੈ, 30 ਸਾਲ ਜੌਬ ਦੇ ਵਿੱਚ ਮੈਨੂੰ ਕਦੇ ਕਿਸੇ ਪ੍ਰਿੰਸੀਪਲ ਵੱਲੋਂ ਲੈਟਰ ਇਸ਼ੂ ਨਹੀਂ ਹੋਇਆ। ਇਹ ਮੈਨੂੰ ਲੱਗਦਾ ਮੇਰੇ ਲਈ ਖੁਸ਼ੀ ਦੀ ਗੱਲ ਹੈ, ਮਾਣ ਵਾਲੀ ਗੱਲ ਹੈ। ਹਾਂ, ਮਾਣ ਵਾਲੀ ਗੱਲ ਹੈ ਜੀ। ਮੈਮ, ਤੁਹਾਡੀ ਜ਼ਿੰਦਗੀ 'ਚ ਕੋਈ ਕਾਸ਼ ਹੋਏ ਕਿ ਜੇ ਐਵੇਂ ਹੁੰਦਾ, ਜਾਂ ਕੁਛ ਐਵੇਂ ਦਾ ਹੈ ਕਿ ਜੇ ਇਹ ਹੁੰਦਾ, ਕੋਈ ਐਵੇਂ ਦਾ ਕੁਛ ਅਧੂਰਾ ਜਿਹੜਾ? ਮੇਰੀ ਜ਼ਿੰਦਗੀ 'ਚ ਤਾਂ ਨਹੀਂ ਅਧੂਰਾਪਨ, ਪਰ ਮੈਂ ਦੇਖੋ ਜਿਹੜਾ ਤੁਹਾਡਾ ਫੈਮਿਲੀ ਦਾ ਮੈਂਬਰ ਚਲਾ ਜਾਏ ਉਹ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਉਹ ਇਹੋ ਜਿਹਾ ਖਲਾਕ ਹੈ ਜਿਹੜਾ ਪੂਰਾ ਨਹੀਂ ਹੋ ਸਕਦਾ। ਪਰ ਅਧੂਰਾਪਨ ਜਿਹੜਾ ਹੈ ਉਹ ਮੈਂ ਮਹਿਸੂਸ ਇਹ ਕਰਨੀ ਆ ਕਿ ਜਿਹੜੀਆਂ ਲੇਡੀਜ਼, ਜਿਹੜੀਆਂ ਬੱਚੀਆਂ ਸਾਡੀਆਂ ਟੀਚਰਸ ਦੇ ਕਹਿਣ 'ਤੇ, ਪੇਰੈਂਟਸ ਦੇ ਕਹਿਣ 'ਤੇ ਜੌਬ ਕਰਦੀਆਂ, ਖਾਸ ਤੌਰ 'ਤੇ ਸਿੰਗਲ ਲੇਡੀ, ਉਹਨਾਂ ਨੂੰ ਥੋੜ੍ਹਾ ਜਿਹਾ ਇੱਕ ਮੈਂ ਮਹਿੰਦਰ ਕੌਰ ਗਿੱਲ ਨੇ, ਪ੍ਰਿੰਸੀਪਲ ਰਿਟਾਇਰ ਹੋਏ ਨੇ, ਉਹਨਾਂ ਨੇ ਲੈਕਚਰ ਦਿੱਤਾ ਸੀ ਆਟੋਨਮਸ ਦੀ ਨੈਕ ਦੀ ਟੀਮ ਬਾਰੇ। ਉਹਨਾਂ ਨੇ ਲੈਕਚਰ ਦਿੱਤਾ ਸੀ। ਉਹਨਾਂ ਨੇ ਆਪਣੇ ਲੈਕਚਰ ਦੇ ਵਿੱਚ ਕਿਹਾ ਸੀ, ਉਹਨਾਂ ਦੀ ਉਹ ਗੱਲ ਮੈਂ ਹੁਣ ਰਿਪੀਟ ਕਰਨ ਲੱਗੀ ਸੀ, ਕਿ ਜਿਹੜੀਆਂ ਪ੍ਰਿੰਸੀਪਲਸ ਨੇ ਜਾਂ ਅਥਾਰਟੀਜ਼ ਨੇ ਉਹ ਲੇਡੀਜ਼ ਨੂੰ ਥੋੜ੍ਹਾ ਜਿਹਾ ਰਿਲੈਕਸ ਕਰਕੇ ਰੱਖਣ, ਕਿਉਂਕਿ ਉਹ ਆਪ ਵੀ ਲੇਡੀਜ਼ ਨਾਲ ਰਿਲੇਟਡ ਨੇ, ਮਾਵਾਂ ਨੇ, ਪਤਨੀਆਂ ਨੇ, ਨੂੰਹਾਂ ਨੇ। ਇਹ ਬਹੁਤ ਔਖਾ ਕੰਮ ਕਰ ਰਹੀ ਹੈ ਲੇਡੀ, 2 ਡਿਊਟੀਜ਼ ਨਿਭਾਉਣੀਆਂ। ਵੈਸੇ ਵੀ ਮੈਂ ਤਾਂ ਲੇਡੀਜ਼ ਨੂੰ ਗ੍ਰੇਟ ਮੰਨਦੀ ਹਾਂ। ਬੱਚਿਆਂ ਨੂੰ ਪੈਦਾ ਕਰਨਾ ਬਹੁਤ ਵੱਡੀ ਗ੍ਰੇਟਨੈਸ ਹੈ। ਔਰ ਇਹ ਜ਼ਰੂਰ ਮੈਂ ਇੱਕ ਅਧੂਰਾਪਨ ਜਿਹੜਾ ਹੈ ਮੈਂ ਉਹਦੇ ਲਈ ਰਿਕੁਐਸਟ ਕਰਾਂਗੀ ਆਪਣੀਆਂ ਅਥਾਰਟੀਜ਼ ਨੂੰ, ਜਾਂ ਜਿਹੜੇ ਵੀ ਸੁਣਨਗੇ ਗੱਲ, ਕਿ ਲੇਡੀ ਨੂੰ ਕੰਮ ਪੂਰਾ ਲਿਆ ਜਾਏ। ਮਰਦ ਦੇ ਬਰਾਬਰ ਸਾਨੂੰ ਪੇ ਮਿਲਦੀ ਹੈ। ਕਦੇ ਵੀ ਇਹ ਗੱਲ ਨਹੀਂ ਕੱਢਣੀ ਜ਼ੁਬਾਨ ਤੋਂ ਕਿ ਮੈਂ ਇਹ ਕੰਮ ਨਹੀਂ ਕਰ ਸਕਦੀ। ਕਰ ਸਕਦੇ ਹੋ, ਕਰ ਰਹੇ ਹੋ। ਕੋਈ ਫੀਲਡ ਐਸਾ ਨਹੀਂ ਜਿੱਥੇ ਔਰਤ ਕੰਮ ਨਹੀਂ ਕਰ ਰਹੀ, ਪਰ ਉਹਨਾਂ ਨੂੰ ਮੈਂਟਲੀ ਰਿਲੈਕਸ ਰੱਖਿਆ ਜਾਏ ਜੀ, ਕੰਮ ਲਿਆ ਜਾਏ। ਪਰ ਇਹ ਮੈਨੂੰ ਇੱਕ ਅਧੂਰਾਪਨ ਲੱਗਦਾ ਹੈ। ਆਪਣੇ ਤੋਂ ਨਹੀਂ, ਮੈਂ ਹੋਰ ਵੀ ਦੇਖਿਆ, ਮੇਰੇ ਕੋਲੀਗਸ ਨੇ, ਸਿਸਟਰਸ ਨੇ, ਫਰੈਂਡਸ ਨੇ ਆਪਣੇ, ਉਹਨਾਂ 'ਤੇ ਦੇਖਿਆ, ਅਤੇ ਇਹ ਮਤਲਬ ਮੈਨੂੰ ਅਧੂਰਾਪਨ ਇਹੀ ਲੱਗਿਆ। ਬਾਕੀ ਮੇਰਾ ਠੀਕ ਰਿਹਾ ਸਮਾਂ, ਬਹੁਤ ਵਧੀਆ, ਐਜ਼ ਏ ਸਟੂਡੈਂਟ ਵੀ, ਐਜ਼ ਏ ਟੀਚਰ ਵੀ, ਐਜ਼ ਏ ਪ੍ਰਿੰਸੀਪਲ ਵੀ। ਜੀ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦਰਸ਼ਕ ਬਹੁਤ ਸਿਆਣੇ ਹੁੰਦੇ ਨੇ, ਬਹੁਤ ਸੂਝਵਾਨ ਨੇ। ਅੱਜ ਦੇ ਦਰਸ਼ਕ ਵੈਸੇ ਵੀ ਪੜ੍ਹੇ ਲਿਖੇ ਨੇ। ਇੱਕ ਜਿਹੜਾ ਮੈਂ ਰਿਕੁਐਸਟ ਕਰਾਂਗੀ, ਕਿਉਂਕਿ ਆਪਾਂ ਬਹੁਤੀ ਗੱਲ ਜਿਹੜੀ ਹੈ ਉਹ ਬੇਟੀਆਂ 'ਤੇ ਕੀਤੀ ਹੈ। ਬੇਟੀਆਂ ਦੇ ਪੇਰੈਂਟਸ ਕਦੇ ਵੀ ਆਪਣੇ ਮਨ ਦੇ ਵਿੱਚ ਇਨਫੀਰੀਅਰਟੀ ਕੰਪਲੈਕਸ ਨਾ ਲਿਓ। ਔਰ ਜਿਹੜਾ ਤੁਸੀਂ ਕਹਿੰਦੇ ਹੋ ਕਿ ਬੇਟੀਆਂ ਨੂੰ ਪੁੱਤਾਂ ਵਾਂਗੂ ਪਾਲਿਆ, ਨਹੀਂ, ਬੇਟੀਆਂ ਨੂੰ ਬੇਟੀਆਂ ਵਾਂਗੂ ਹੀ ਪਾਲਿਆ। ਔਰ ਬੇਟੀਆਂ ਨੂੰ ਫਿਜ਼ੀਕਲੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ। ਇਹ ਮੈਂ ਬੇਟੀਆਂ ਦੀਆਂ ਮਦਰਸ ਨੂੰ ਰਿਕੁਐਸਟ ਕਰਾਂਗੀ ਕਿ ਉਹ ਆਪਣੀਆਂ ਬੇਟੀਆਂ ਦੀ ਸਿਹਤ ਵੱਲ ਜ਼ਰੂਰ ਧਿਆਨ ਦੇਣ, ਤਾਂ ਕਿ ਉਹ ਜੋ ਕਰ ਰਹੇ ਨੇ, ਕੰਮ ਕਰ ਰਹੀਆਂ ਨੇ ਬੇਟੀਆਂ, ਕੋਈ ਪੜ੍ਹਾਈ ਕਰ ਰਹੀ ਹੈ, ਕੋਈ ਜੌਬ ਕਰ ਰਹੀ ਹੈ, ਕੱਲ੍ਹ ਨੂੰ ਉਹਨਾਂ ਨੇ ਮਦਰਸ ਵੀ ਬਣਨਾ ਹੈ, ਅਤੇ ਉਹਨਾਂ ਦੀ ਸਿਹਤ ਵੱਲ ਧਿਆਨ ਰੱਖਿਆ ਜਾਏ। ਔਰ ਦੂਸਰੀ ਗੱਲ ਕਿ ਉਹਨਾਂ ਨੂੰ ਸਵੈ ਰੱਖਿਆ ਵਾਸਤੇ ਕੋਈ ਗੱਤਕਾ, ਕੋਈ ਜੁਡੋ, ਕਰਾਟੇ ਵਗੈਰਾ ਸਿਖਾਏ ਜਾਣ, ਤਾਂ ਕਿ ਜੇ ਬੇਟੀ ਕਿਧਰੇ ਲੇਟ ਹੁੰਦੀ ਹੈ, ਸ਼ਾਮ ਨੂੰ ਲਾਇਬ੍ਰੇਰੀ ਤੋਂ ਆਉਣਾ ਹੈ, ਕੋਈ ਜੌਬ ਤੋਂ ਆਉਣਾ ਹੈ, ਅਤੇ ਮਦਰ ਨੂੰ ਇਹ ਫਿਕਰ ਨਾ ਰਹੇ ਕਿ ਉਹ ਪਤਾ ਨਹੀਂ ਕੀ ਵਾਪਰ ਗਿਆ। ਉਹਨਾਂ ਨੂੰ ਇੰਨਾ ਕੁ ਕਨਫੀਡੈਂਸ ਹੋਏ, ਮਦਰ ਨੂੰ ਵਿਸ਼ਵਾਸ ਹੋਏ ਔਰ ਬੇਟੀ ਦੇ ਹੋਏ ਵਿਸ਼ਵਾਸ ਕਿ ਜੇ ਕੋਈ ਇੱਦਾਂ ਦਾ ਮਿਸ ਹੈਪਨਿੰਗ ਹੁੰਦੀ ਹੈ ਤਾਂ ਉਹ ਆਪਣੀ ਰੱਖਿਆ ਆਪ ਕਰ ਸਕਦੀ ਹੈ। ਜੀ, ਅਤੇ ਆਪਣੀਆਂ ਬੇਟੀਆਂ ਨੂੰ ਪਿਆਰ ਕਰੋ। ਹਰਸਿਮਰਤ ਬਾਦਲ ਕਹਿੰਦੇ ਨੇ, ਬੇਟੀਆਂ ਨੂੰ ਪੁੱਤਰਾਂ ਵਾਂਗੂ ਪਿਆਰ ਕਰੋ, ਸਤਿਕਾਰ। ਪੁੱਤਰਾਂ ਵਾਂਗੂ ਕਿਉਂ ਕਰੋ, ਅਸੀਂ ਬੇਟੀਆਂ ਨੂੰ ਬੇਟੀਆਂ ਵਾਂਗੂ ਪਿਆਰ ਕਰਾਂਗੇ। ਔਰ ਵਨ ਡੇ ਵਿਲ ਕਮ, ਜਦੋਂ ਬੇਟੀਆਂ ਹੁਣ ਵੀ ਹੈ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰ ਰਹੀਆਂ ਨੇ। ਔਰ ਬਹੁਤ ਐਗਜ਼ਾਮਪਲਸ ਨੇ। ਇੰਦਰਾ ਗਾਂਧੀ ਇੱਕ ਬੇਟੀ ਸਨ ਜੀ, ਕਿਰਨ ਬੇਦੀ ਹੋਣੀ ਸਿਸਟਰਸ ਨੇ, ਬਹੁਤ ਮਾਤਾ ਭਾਗੋ ਜੀ, ਮਾਤਾ ਗੁਜਰੀ ਜੀ। ਮਤਲਬ ਤੁਸੀਂ
ਹਿੰਦੁਸਤਾਨ ਦੇ ਪ੍ਰੋਮੀਨੈਂਟ ਵੂਮਨ ਨੂੰ ਗਿਣਨ ਲੱਗੋਗੇ ਤੇ ਤੁਸੀਂ ਕਾਊਂਟ ਨਹੀਂ ਕਰ ਸਕਦੇ। ਔਰ ਅਸੀਂ ਉਹਨਾਂ ਦੇ ਵਾਰਸ ਹਾਂ। ਅਸੀਂ ਨਿੱਕੀ ਨਿੱਕੀ ਗੱਲ ਦੇ ਉੱਤੇ ਘਬਰਾ ਜਾਂਦੇ ਹਾਂ ਜੀ। ਹਰ ਸਮੱਸਿਆ ਦਾ ਸਮਾਧਾਨ ਹੁੰਦਾ ਹੈ। ਇਸ ਕਰਕੇ ਆਪਾਂ ਖਾਸ ਤੌਰ ਤੇ ਇਹਨੂੰ ਆਪਾਂ ਸਮੱਸਿਆ ਨਾ ਸਮਝੀਏ ਕਿ 2 ਬੇਟੀਆਂ ਹੋ ਗਈਆਂ ਨੇ ਤੇ ਪਤਾ ਨਹੀਂ ਕੀ ਹੋ ਗਿਆ। ਕੁਝ ਨਹੀਂ ਹੁੰਦਾ। ਤੁਸੀਂ ਖੁਸ਼ ਰਹੋ ਆਪਣੀਆਂ ਬੇਟੀਆਂ ਨਾਲ, ਆਪਣੀਆਂ ਬੇਟੀਆਂ ਤੇ ਵਿਸ਼ਵਾਸ ਜ਼ਰੂਰ ਰੱਖੋ, ਉਹਨਾਂ ਦੇ ਫਰੈਂਡਸ ਬਣ ਕੇ ਰਹੋ। ਇਹ ਨਹੀਂ ਕਿ ਫਾਦਰ ਨਾਲ ਬੇਟੀ ਗੱਲ ਹੀ ਨਾ ਕਰ ਸਕੇ ਜੀ। ਜੇ ਬੇਟੀ ਦੇ 2 ਦੋਸਤ ਨੇ, ਇੱਕ ਦੋਸਤ ਹੈ ਤੇ ਉਹਦੇ 'ਚ ਇੰਨਾ ਕੁ ਕੌਨਫੀਡੈਂਸ ਹੋਏ ਬੇਟੀ ਦੇ ਵਿੱਚ ਕਿ ਉਹ ਫਰੈਂਕਲੀ ਆਪਣੇ ਫਾਦਰ ਨੂੰ ਦੱਸੇ ਜੀ। ਔਰ ਕੋਈ ਪ੍ਰੋਬਲਮ ਆਏਗੀ ਨਹੀਂ। ਜਿਹੜੀਆਂ ਬੇਟੀਆਂ ਦੇ ਅਸੀਂ ਫਰੈਂਡਸ ਹਾਂ, ਜੀ। ਜਿਹੜੇ ਸਟੂਡੈਂਟਸ ਦੇ ਟੀਚਰਸ ਫਰੈਂਡਸ ਨੇ, ਹਰ ਇੱਕ ਗੱਲ ਸਟੂਡੈਂਟ ਇਹ ਸੋਚੇ ਕਿ ਮੈਂ ਆਪਣੇ ਟੀਚਰ ਨਾਲ ਫਰੀਕੁਐਂਟਲੀ ਗੱਲ ਕਰਨੀ ਹੈ। ਕੋਈ ਪ੍ਰੋਬਲਮਸ ਨਹੀਂ ਆਏਗੀ। ਜਿਹੜੀਆਂ ਸਮਾਜ ਦੇ ਵਿੱਚ ਕੋਈ ਛੋਟੀਆਂ ਮੋਟੀਆਂ ਪ੍ਰੋਬਲਮਸ ਰਹਿ ਗਈਆਂ ਨੇ, ਉਹ ਵੀ ਟਾਈਮ ਦੇ ਨਾਲ, ਐਜੂਕੇਸ਼ਨ ਦੇ ਨਾਲ, ਟੈਕਨੋਲੋਜੀ ਦੇ ਨਾਲ ਇਹ ਸਾਰੀਆਂ ਦੂਰ ਹੋ ਰਹੀਆਂ ਨੇ। ਤੇ ਇਹੀ ਰਿਕੁਐਸਟ ਹੈ ਲੜਕੀਆਂ ਦੇ ਪੇਰੈਂਟਸ ਨੂੰ, ਲੜਕਿਆਂ ਦੇ ਵੀ ਪੇਰੈਂਟਸ ਨੂੰ, ਕਿਉਂਕਿ ਆਪਾਂ 100% ਮਾੜਾ ਨਹੀਂ ਕਹਿ ਸਕਦੇ ਕਿਸੇ ਨੂੰ। ਬੱਚੇ ਵੀ ਬਹੁਤ ਅੱਛੇ ਨੇ, ਲੜਕੇ ਵੀ ਬਹੁਤ ਅੱਛੇ ਨੇ, ਆਪਣੇ ਪੇਰੈਂਟਸ ਦੀ ਕੇਅਰ ਕਰਦੇ ਨੇ। ਇਸ ਕਰਕੇ ਉਹਨਾਂ ਨੂੰ ਤੁਹਾਡੇ ਕਹਿਣ ਮੁਤਾਬਕ ਕਿ ਪੂਰਕ ਰੱਖੋ ਜੀ, ਆਪੋਜ਼ਿਟ ਨਾ ਰੱਖੋ, ਪੂਰਕ ਬਣਾਓ। ਗੱਡੀ ਦੇ ਪਹੀਏ ਕਹੋ, ਸਿਰਫ ਸਟੇਜਾਂ 'ਤੇ ਨਾ ਕਹੋ। ਉਹਨਾਂ ਨੂੰ ਸੱਚੀ ਮੁੱਚੀ ਗੱਡੀ ਦੇ ਪਹੀਏ ਬਣਾਓ ਦੋਨਾਂ ਨੂੰ। ਅਮਲ ਵੀ ਕਰੀਏ ਅਸੀਂ ਉਹਨਾਂ ਗੱਲਾਂ ਦੀ। ਅਮਲ ਦੀ ਘਾਟ ਹੈ, ਅਮਲ ਦੀ ਘਾਟ ਹੈ ਬੇਟੇ। ਮੈਮ ਤੁਸੀਂ ਸਾਡੇ ਸਟੂਡੀਓ ਪਹੁੰਚੇ, ਸਾਡੇ ਨਾਲ ਆਪਣੇ ਅਨੁਭਵ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਰਣਦੀਪ, ਤੁਹਾਡਾ ਔਰ ਇਸ ਪ੍ਰੋਗਰਾਮ ਦਾ ਬਹੁਤ ਬਹੁਤ ਧੰਨਵਾਦ ਮੈਂ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਆਪਣੀਆਂ ਫੀਲਿੰਗਸ ਜਿਹੜੀਆਂ ਨੇ ਉਹ ਐਕਸਪ੍ਰੈਸ ਕਰ ਸਕਾਂ। ਔਰ ਮੈਨੂੰ ਲੱਗਦਾ ਹੈ ਕਿ ਮੇਰੇ ਦਰਸ਼ਕ ਜਿਹੜੇ ਨੇ ਉਹ ਜਦੋਂ ਦੇਖਣਗੇ ਪ੍ਰੋਗਰਾਮ ਤੇ ਉਹਨਾਂ ਨੂੰ ਚੰਗਾ ਵੀ ਲੱਗੇਗਾ ਔਰ ਪ੍ਰੈਕਟੀਕਲੀ ਆਪਣੀ ਲਾਈਫ ਦੇ ਵਿੱਚ ਚੰਗੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਅਡਾਪਟ ਕਰਨਗੇ। ਬਹੁਤ ਬਹੁਤ ਧੰਨਵਾਦ ਜੀ। ਜੀ। ਸੋ ਦਰਸ਼ਕੋ, ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ।